गुड मॉर्निंग बेटा, गुड मॉर्निंग। सस कोई बेटा असी ना क्वेश्चन आंसर तुहानू सेंड कीते सीगे मैं। हाँ जी बेटा, असी ਆਪਾਂ ਜਿਹੜਾ ਸੀਗਾ ਕੁਝ ਕੁਐਸਚਨ ਡਿਸਕਸ ਕਰਨੇ ਸੀਗੇ, ਆਪਾਂ ਤੁਹਾਨੂੰ ਮੈਂ ਕੱਲ ਸੈਂਡ ਕਰਤੇ ਸੀਗੇ। ਇਹਦੇ ਵਿੱਚ ਫਸਟ ਕੁਐਸਚਨ ਹੈ ਬੇਟਾ, ਡਿਸਟਿੰਗੁਇਸ਼ ਬਿਟਵੀਨ ਸਪੀਡ ਐਂਡ ਵੈਲੋਸਿਟੀ। ਕਹਿੰਦਾ ਅਸੀਂ ਬੇਟਾ ਇਹਦੇ ਬਾਰੇ ਡਿਟੇਲ ਵਿੱਚ ਕਾਫੀ ਪੜ੍ਹ ਲਿਆ ਸੀਗਾ। ਤੇ ਆਪਾਂ ਕੋਲ ਸਪੀਡ ਕੀ ਹੈ? ਇਟ ਇਜ਼ ਦ ਡਿਸਟੈਂਸ ਟਰੈਵਲਡ ਬਾਈ ਐਨ ਆਬਜੈਕਟ in a given time, ठीक है ना, in a given time without any direction। बेटा आप खास ख्याल रखना, स्पीड की है इट इज डिस्टेंस ट्रैवल्ड बाय एन ऑब्जेक्ट इन ए गिवन टाइम इन एनी डायरेक्शन, मतलब डायरेक्शन कोई नहीं है दी। ठीक है जी, व्हेन ए बॉडी ट्रैवल डिस्टेंस in a given time in any direction then that is called speed। velocity की है बेटा, याद रखना, it is the displacement of an object in a given time in a particular direction। खास गल ਇਹਦੇ ਬਾਰੇ ਜਿਹੜੀ ਇਹ velocity ਆ, it is the displacement ਜਿਹੜੀ ਹੈਗੀ ਆ, ਪਤਾ ਨਾ, shortest path covered by a body from initial point to the final position। ਜਦੋਂ ਕੋਈ ਬੋਡੀ ਜਿਹੜੀ ਹੈ ਇੱਕ ਇਨੀਸ਼ੀਅਲ ਪੁਆਇੰਟ ਤੋਂ ਫਾਈਨਲ ਤੱਕ ਜਾਂਦੀ ਆ, ਠੀਕ ਹੈ ਜੀ, ਉਹ ਸਾਡਾ ਕੀ ਹੁੰਦਾ? ਦੈਟ ਇਜ਼ ਡਿਸਪਲੇਸਮੈਂਟ। ਇਸ ਕਰਕੇ ਵੈਲੋਸਿਟੀ ਕੀ ਹੈ? ਇਟ ਇਜ਼ ਡਿਸਪਲੇਸਮੈਂਟ ਆਫ ਐਨ ਆਬਜੈਕਟ ਇਨ ਏ ਗਿਵਨ ਟਾਈਮ ਇਨ ਏ ਪਾਰਟੀਕੂਲਰ ਡਾਇਰੈਕਸ਼ਨ। ਨੈਕਸਟ ਬੇਟਾ, ਇਟ ਇਜ਼ ਗਿਵਨ ਬਾਈ ਰਿਲੇਸ਼ਨ। ਪਰ ਇਹਦਾ ਫਾਰਮੂਲਾ ਕੀ ਆ? ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਔਨ ਟਾਈਮ, ਟੋਟਲ ਡਿਸਟੈਂਸ ਕਵਰਡ ਓਵਰ ਟੋਟਲ ਟਾਈਮ, ਜਿੱਦਾਂ ਵੀ ਤੁਸੀਂ ਪਹਿਲਾਂ ਲਿਖਿਆ ਹੋਇਆ। ਤੇ ਵੈਲੋਸਿਟੀ ਦਾ ਫਾਰਮੂਲਾ ਕੀ ਹੈ? ਰਿਲੇਸ਼ਨ velocity is displacement over time, time means total time। ठीक है जी बेटा, नेक्स्ट इट इज स्केलर क्वांटिटी। हुण ये एक खास गल तुहानूं मैं पहलां भी समझाई सीगी भी स्केलर क्वांटिटी की हुंदी आ ते वैक्टर क्वांटिटी की हुंदी आ। स्केलर क्वांटिटी देखो बेटा, डिस्टेंस हैगी आ, मैं तुहानूं इहदे बारे डिस्कस करके तुहानूं समझाया सीगा भी कोई भी जिहड़ी मतलब स्केलर की है, जिद्दां आपां एक सिंपल लैंदे आ, ठीक है ना, आपां कोई जिद्दां मास आ, ਆਪਾਂ ਕੁਝ ਵੀ ਚੀਜ਼ ਲੈਣ ਜਾਂਦੇ ਆ ਬਾਜ਼ਾਰ ਦੇ ਵਿੱਚ, ਆਪਾਂ ਕਹਿੰਦੇ 1 ਕਿਲੋ ਖੰਡ ਦੇ ਦਿਓ ਸਾਨੂੰ ਜੀ, ਠੀਕ ਹੈ ਨਾ। ਤੇ ਅਸੀਂ ਆਪਾਂ ਕੀ ਕਰਦੇ ਆ, ਆਪਾਂ ਦੁੱਧ ਲੈਣੇ ਜਾਂਦੇ ਆ, ਆਪਾਂ ਕਹਿੰਦੇ ਸਾਨੂੰ 1 ਲੀਟਰ ਜਿਹੜਾ ਹੈਗਾ ਉਹ ਦੁੱਧ ਦੇ ਦਿਓ, ਜਾਂ ਅਸੀਂ ਪੈਟਰੋਲ ਪਾਉਣ ਜਾਂਦੇ ਜੀ 1 ਲੀਟਰ 2 ਲੀਟਰ ਪੈਟਰੋਲ ਪਾ ਦਿਓ। ਬੇਟਾ ਇਹ ਕੀ ਆ? ਦੀਜ਼ ਆਰ ਦਾ ਫਿਜ਼ੀਕਲ ਕੁਆਂਟਿਟੀ, ਅਸੀਂ ਇਹਨਾਂ ਨੂੰ ਕਹਿੰਦੇ ਆ ਫਿਜ਼ੀਕਲ ਕੁਆਂਟੀਟੀਜ਼।
इदें मास वॉल्यूम लेंथ, ठीक है ना, मीटर ਦੇ ਵਿੱਚ ਆਪਾਂ ਮੇਜਰ ਕਰ ਰਹੇ ਆ, ਇਹ ਸਾਰਾ ਕੁਝ ਕੀ ਆ, these are physical quantity। ਇਦਾਂ ਸਪੀਡ ਜਿਹੜੀ ਆ, ਸਪੀਡ ਹੋ ਗਿਆ, ਵੈਲੋਸਿਟੀ ਹੋ ਗਈ, ਠੀਕ ਹੈ, these are all physical quantity ਆ। ਹੁਣ ਜਿਹੜਾ ਮਾਸ ਹੈਗਾ, it has only magnitude, ਮਤਲਬ ਜਿਹੜਾ ਮਾਸ ਹੈਗਾ ਇਹਦਾ ਹੀ ਮੈਗਨੀਚਿਊਡ ਆ, ਵੋਲੀਅਮ ਜਿਹੜੀ ਇਹਦਾ ਹੀ ਮੈਗਨੀਚਿਊਡ, ਇਟ ਹੈਜ਼ ਮੈਗਨੀਚਿਊਡ ਓਨਲੀ, ਮਤਲਬ ਇਹਦਾ ਮਾਪ ਹੀ ਹੈ, ਸਾਨੂੰ ਪਤਾ ਮਾਨ ਪਤਾ ਵੀ ਕਿੰਨੀ ਇਹਦੀ ਵੈਲਿਊ ਆ, ਇਹ ਡਾਇਰੈਕਸ਼ਨ ਨਹੀਂ ਸਾਨੂੰ ਪਤਾ, ਠੀਕ ਹੈ ਨਾ, ਮਤਲਬ ਉਹ ਕੁਆਂਟੀਟੀ, ਫਿਜ਼ੀਕਲ ਕੁਆਂਟੀਟੀ ਦੈਟ ਹੈਜ਼ ਮੈਗਨੀਚਿਊਡ ਓਨਲੀ, ਜਿਨ੍ਹਾਂ ਦਾ ਸਿਰਫ ਮੈਗਨੀਚਿਊਡ ਹੁੰਦਾ, ਦੈਟ ਆਰ ਕਾਲਡ ਸਕੇਲਰ ਕੁਆਂਟੀਟੀ। ਤੇ ਜਿਹੜੀ ਸਾਡੇ ਕੋਲ ਵੈਲੋਸਿਟੀ ਆ ਗਈ ਆ, ਵੈਲੋਸਿਟੀ ਕੀ ਹੈ, ਇਟ ਹੈਜ਼ ਮੈਗਨੀਚਿਊਡ, ਆਪਾਂ ਡਿਸਟੈਂਸ ਕਵਰ ਹੋਈ ਨਾ, ਡਿਸਪਲੇਸਮੈਂਟ ਕਵਰ ਹੋਈ ਆ, ਇਹ ਮੈਗਨੀਚਿਊਡ ਆ ਪਲੱਸ ਇਹਦੇ ਵਿੱਚ ਡਾਇਰੈਕਸ਼ਨ ਵੀ ਆ। ਔਰ ਜਿਨ੍ਹਾਂ ਕੁਆਂਟੀਟੀ ਦੀ ਦੋਨੋਂ ਹੀ ਹੋਣ ਮੈਗਨੀਚਿਊਡ ਐਂਡ ਬੋਥ direction quantity, physical quantities which are both magnitude and direction, that we called vector quantity, which have magnitude only, these we called scalar quantum। ਪਹਿਲਾਂ ਮੈਂ ਸਮਝਾ ਦਿੱਤਾ ਸੀਗਾ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ only it is a distance traveled in a particular time without any direction, so it is a magnitude only, so it is a scalar quantity। ਇਹਦੇ ਵਿੱਚ ਕੀ ਆ, it has both magnitude as well as direction, so it is a vector quantity। first question clear हो गया आप ਤੁਹਾਨੂੰ? हाँ बेटा, जेकर कुछ भी जेकर नहीं पता लग्या ना, देखो क्वेश्चन डिस्कस करदा मतलब ਇਹ ਆ बेटा, मैं ਤੁਹਾਨੂੰ ਕਿਸੇ ਲੈਵਲ ਤੇ ਲੈ ਕੇ ਜਾਣਾ, ਠੀਕ ਹੈ ਨਾ, ਮੈਂ ਤੁਸੀਂ ਬੱਚੇ ਜਿਹੜੇ ਜਿੰਨੇ ਵੀ ਹੈਗੇ ਆ, ਤੁਸੀਂ ਗਾਹਾਂ ਸਾਰਿਆਂ ਨੇ ਆਪਾਂ ਤੁਹਾਨੂੰ ਤਿਆਰ ਕਰਨਾ ਹੈ ਸਾਇੰਸ ਵਾਸਤੇ। ਯੂ ਹੈਵ ਟੂ ਸਟੱਡੀ ਮੈਡੀਕਲ ਔਰ ਨੌਨ ਮੈਡੀਕਲ ਇਨ +1, ਉਹਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਆਣਾ, ਠੀਕ ਹੈ ਜੀ। ਇਸ ਕਰਕੇ ਤੁਹਾਨੂੰ ਉਧਰ ਤੋਰ ਰਹੇ ਆ, ਇਸ ਕਰਕੇ ਧਿਆਨ ਨਾਲ ਦੇਖਣਾ ਹੈ, ਤਾਂ ਤੁਹਾਨੂੰ ਬਾਰ-ਬਾਰ ਪੜ੍ਹਾ ਰਹੇ ਆ। ਫਸਟ ਕੁਐਸਚਨ, ਸੈਕੰਡ ਕੁਐਸਚਨ, ਅੰਡਰ ਵਾਟ ਕੰਡੀਸ਼ਨ ਇਜ਼ ਦਾ ਮੈਗਨੀਟਿਊਡ ਆਫ ਐਵਰੇਜ ਵੈਲੋਸਿਟੀ ਆਫ ਐਨ ਆਬਜੈਕਟ ਇਕੁਅਲ ਟੂ ਇਟਸ ਐਵਰੇਜ ਸਪੀਡ। ਦੇਖੋ ਸੈਕੰਡ ਕੁਐਸਚਨ ਹੈਗਾ ਅੰਡਰ ਵਾਟ ਕੰਡੀਸ਼ਨ, ਉਹ ਕਹਿੰਦਾ ਕੰਡੀਸ਼ਨ ਜਾਂ ਕੰਡੀਸ਼ਨ ਕਿਹੜੀਆਂ ਆ, ਇਜ਼ ਦਾ ਮੈਗਨੀਟਿਊਡ ਆਫ ਐਵਰੇਜ ਵੈਲੋਸਿਟੀ ऑफ एन ऑब्जेक्ट इक्वल टू एवरेज स्पीड। देखो एवरेज वेलोसिटी स्पीड दोनों अलग अलग गल्लां आ, ठीक है ना, पर ਅਸੀਂ ਕੀ ਕਰਨਾ ਵੀ ਇਹ ਦੋਨੇ ਬਰਾਬਰ ਕਦਾ ਹੋਣਗੀਆਂ। ਦੇਖੋ ਹੁਣ ਕੀ ਹੈਗਾ ਸਾਡੇ ਕੋਲ, ਐਵਰੇਜ ਸਪੀਡ ਇਜ਼ ਗਿਵਨ ਬਾਈ ਟੋਟਲ ਡਿਸਟੈਂਸ ਕਵਰਡ ਓਵਰ ਟੋਟਲ ਟਾਈਮ ਟੇਕਨ, ਠੀਕ ਹੈ ਜੀ। ਇਟ ਇਜ਼ ਦਾ ਮਤਲਬ ਰਿਲੇਸ਼ਨ ਫॉर ਦਾ ਐਵਰੇਜ ਸਪੀਡ। ਐਵਰੇਜ ਵੈਲੋਸਿਟੀ ਕੀ ਹੈ, ਇਟ ਇਜ਼ ਦਾ ਡਿਸਪਲੇਸਮੈਂਟ ਓਵਰ ਟੋਟਲ ਟਾਈਮ ਟੇਕਨ। ਦੇਖੋ देखो फर्क कुछ नहीं है, इत्थे डिस्टेंस कवर आ, इत्थे डिस्प्लेसमेंट वा। हुण होना की है बेटा, if the total distance covered by an object is the same as it is displacement, ठीक है ना। कई कंडीशन देखो आप पढ़िया सी डिस्प्लेसमेंट बारे, इट कैन बी 0, डिस्प्लेसमेंट 0 हो सकती है, इट कैन बी इक्वल टू द डिस्टेंस कवर्ड बट नेवर मोर देन द डिस्टेंस कवर। डिस्टेंस हमेशा ही ज्यादा होनी है, डिस्प्लेसमेंट तो बराबर भी हो सकती है। जो बॉडी जी एक इनिशियल तो फाइनल तक च गई है ए पॉइंट तो बी तक, तो जिन्नी ਉਹਦੀ ਜਿਹੜੀ ਹੈਗੀ ਆ डिस्टेंस कवर आ, ਉਹੀ ਉਹਦੀ डिस्प्लेसमेंट भी कहांदी है, ठीक है ना। एक पॉइंट तो बी तक चली, इनिशियल पॉइंट तो फाइनल तक चल गई, डिस्टेंस की जिन्नी डिस्टेंस हो गई उन्नी ਉਹਦੀ की हो गई, डिस्प्लेसमेंट हो गई। सो total distance covered by an object is the same as it is displacement, then it is average speed would be equal to it is average velocity। क्योंकि ਇੱਥੇ ਵੈਲਿਊ ਸੇਮ ਆ ਗਈ, ਟੋਟਲ ਡਿਸਟੈਂਸ ਕਵਰ ਤੇ ਡਿਸਪਲੇਸਮੈਂਟ ਜਿਹੜਾ ਵੈਲਿਊ ਸੇਮ ਹੋਣੀਆਂ, ਟਾਈਮ ਦੋਨਾਂ ਵਿੱਚ ਬਰਾਬਰ ਹੀ ਹੋਣਾ, ਤਾਂ ਟੂ ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਕੀ ਹੋਣੀਆਂ, ਦੋਨੋਂ ਕੀ ਹੋਣੀਆਂ, ਦੇ ਵਿਲ ਬੀ ਇਕੁਅਲ, ਠੀਕ ਹੈ ਨਾ। ਸਮਝ ਲੱਗੀ ਨਾ, ਵੈਨ ਟੋਟਲ ਡਿਸਟੈਂਸ ਕਵਰਡ by an object is same as the displacement, ठीक है ना, as it is displacement, so average speed will be equal to the average velocity, ठीक है जी। सेकंड क्वेश्चन क्लियर हो गया बत, देख लो फिर। हाँ फिर पेपर ਦੇ ਵਿੱਚ ਇਹ ਨਾ ਕਿ ਸਰ ਸਾਨੂੰ ਸਮਝ ਨਹੀਂ ਲੱਗਿਆ, ठीक है ना। देखो ध्यान ਨਾਲ ਬੰਦੇ याद करना क्वेश्चन ਜਿਹੜਾ ਆਪਾਂ ਅੱਜ ਪੜ ਰਹੇ ਨਾ, ਉਹਨੂੰ ਰਿਮੈਂਬਰ ਕਰਨ ਦੀ ਕੋਸ਼ਿਸ਼ ਕਰਨੀ ਆ ਔਰ ਸਮਝ ਲੈਣਾ। अगर याद करते करते कोई डाउट क्लीयर होया
मतलब लग्या ना सर सानू दोबारा तो कल नू क्लास दे विच पहला यही पूछना भी सर जा जो कल कराया सी सानू दोबारा दस दो। ठीक है जी। हाँ नैक्सट बेटा थर्ड क्वेश्चन है व्हाट डज द ओडोमीटर ऑफ एन ऑटोमोबाइल मेजर। ओडोमीटर तुहानू उस दिन भी समझाया सीगा अगर तुसी अपनी एक्टिवा दा स्कूटर दा मीटर देखो तो उस मीटर दे विच की हुंदा आ इदां। ठीक है ना ਇਹਦਾ ਬਣਿਆ ਹੋਇਆ ਆਪਾਂ ਦੇਖਦੇ ਆਂ। ठीक है ना ओडोमीटर ਦੇ ਵਿੱਚ ਚਲੋ ਅਸੀਂ ਵੱਡਾ ਕਰਕੇ ਬਣਾਏ ਥੋੜਾ ਜਿਹਾ ਆ ਸਾਡੇ ਕੋਲ ਮੰਨ ਲਓ ਐਕਟਿਵਾ ਦਾ ਮੀਟਰ ਆ ਇਹ। ਠੀਕ ਹੈ ਨਾ ਇਹਦੇ ਵਿੱਚ ਬੇਟਾ ਕੀ ਹੋਣਾ ਇੱਥੇ ਸਾਡੇ ਨਿਸ਼ਾਨ ਲੱਗੇ ਹੁੰਦੇ ਆ। ਠੀਕ ਹੈ ਨਾ ਉਹ ਨਿਸ਼ਾਨ ਕੀ ਉੱਤੇ ਨੰਬਰ ਲਿਖੇ ਹੁੰਦੇ ਆ। ਇੱਥੇ ਸਾਡੀ ਸੂਈ ਹੁੰਦੀ 0 ਤੋਂ ਫਿਰ 10 ਵਾ 20 ਆ 30 ਇਸ ਤਰ੍ਹਾਂ ਨੰਬਰ ਚੱਲਦੇ ਨਾ ਆਪਣੇ। ਹਾਂ ਬੇਟਾ ਉਹਦੇ ਵਿੱਚ ਧਿਆਨ ਦਿਓ ਉਸ ਮੀਟਰ ਦੇ ਵਿੱਚ ਕੁਝ ਐਦਾਂ ਵੀ ਬਣਿਆ ਹੁੰਦਾ ਡੱਬਾ ਜਿਹਾ। ਉਸ ਡੱਬੇ ਦੇ ਵਿੱਚ ਕੀ ਹੈ ਉਹਦੇ ਵਿੱਚ ਵੀ ਨੰਬਰ ਚੱਲਦੇ ਆ। ਠੀਕ ਹੈ ਨਾ 0 ਇੱਥੇ ਜਦੋਂ ਆ 0 ਇਹ ਵੱਧ ਹੀ ਰਹਿੰਦਾ 1 2 3 4 ਜਦੋਂ 9 ਤੱਕ ਚੱਲ ਜਾਂਦਾ ਫਿਰ 0 ਦਾ ਇੱਥੇ ਇੱਕ ਨਿਸ਼ਾਨ ਆ ਜਾਂਦਾ ਆ। ਜਦੋਂ ਇਹ 100 ਤੱਕ ਕਾਫੀ ਜਾਂਦਾ ਫਿਰ ਇੱਥੇ ਵੱਧਦਾ ਜਾਂਦਾ। ਇਹ ਜਿਹੜਾ ਪਤਾ ਨਿਸ਼ਾਨ ਡੱਬਾ ਆ ਇਹਨੂੰ ਅਸੀਂ ਬੋਲਦੇ ਹਾਂ ਓਡੋਮੀਟਰ। ਕੀ ਕਹਿੰਦੇ ਇਹਨੂੰ ਓਡੋਮੀਟਰ। ਆ ਜਿਹੜੀ ਆ ਸੂਈ ਵਾਲਾ ਅਸੀਂ ਇਹਨੂੰ ਕਹਿੰਦੇ ਆ ਸਪੀਡੋਮੀਟਰ। ਠੀਕ ਹੈ ਨਾ ਜਿਹੜਾ ਤੁਹਾਡਾ ਮੀਟਰ ਲੱਗਾ ਹੋਇਆ ਉਹ ਦੋ ਚੀਜ਼ਾਂ ਮੇਜਰ ਕਰਦਾ ਇੱਕ ਚ ਸਪੀਡੋਮੀਟਰ ਹੁੰਦਾ ਦੈਟ ਮੇਜਰ ਦਾ ਸਪੀਡ ਐਂਡ ਸੈਕੰਡ ਦਾ ਓਡੋਮੀਟਰ ਦੈਟ ਕਵਰ ਦਾ ਡਿਸਟੈਂਸ। ਮਤਲਬ ਕੋਈ ਬੋਡੀ ਜਿਹੜੀ ਆ ਤੁਹਾਡੀ ਸਕੂਟਰੀ ਆ ਉਹ ਕਿੰਨੀ ਡਿਸਟੈਂਸ ਕਵਰ ਕਰਦੀ ਆ ਉਹਨੂੰ ਉਹ ਹੁੰਦਾ ਓਡੋਮੀਟਰ। ਇਸ ਕਰਕੇ ਜਿਹੜਾ ਸਾਡਾ ਕੀ ਹੋ ਗਿਆ ਓਡੋਮੀਟਰ ਕੀ ਮੇਜਰ ਕਰਦਾ। ਸ਼ਾਬਾਸ਼। The odometer of an automobile measures the distance covered by an automobile। ठीक है ना ਤੁਹਾਡੀ ਐਕਟਿਵਾ ਤੁਹਾਡਾ ਸਕੂਟਰ ਤੁਹਾਡਾ ਮੋਟਰਸਾਈਕਲ ਤੁਹਾਡੀ ਕਾਰ ਇਹ ਸਾਰੇ ਆਟੋਮੋਬਾਈਲ ਆ। ਆਟੋ ਮੀਨਸ ਆਪਣੇ ਆ ਮੋਬਾਈਲ ਜਿਹੜੇ ਚੱਲਦੇ ਆ। ਠੀਕ ਹੈ ਨਾ ਇਸ ਕਰਕੇ ਇਹਨਾਂ ਦਾ ਆਟੋਮੋਬਾਈਲ ਦਾ ਓਡੋਮੀਟਰ ਕੀ ਮੇਜਰ ਕਰਦਾ ਡਿਸਟੈਂਸ ਕਵਰਡ ਬਾਈ ਦਾ ਆਟੋਮੋਬਾਈਲ। बेटा हुण नैक्सट हैगा अगला क्वेश्चन इनू ध्यान देना तुसीं देखो असीं गल करदे सी कि एवरेज स्पीड दी। ठीक है ना जे आपां कीती सी यूनीफॉर्म मोशन ते आपां पढ़िया सी नॉन यूनीफॉर्म मोशन। आपां मतलब ए बॉडी कंसीडर करदे आ ते बॉडी जिहड़ी हैगी आ 10 AM ते स्टार्ट हुई आ उसले शुरू हुई आ। इहने की कीता 10 ते इहने 10 मिनट दे विच इहने 10 मीटर डिस्टेंस कवर कर लई। ठीक है जी नैक्सट 10 मिनट ਦੇ ਵਿੱਚ 20 ਹੋ ਗਿਆ ਇਹਨੇ ਫਿਰ ਡਿਸਟੈਂਸ ਜਿਹੜੀ ਆ 10 ਮੀਟਰ ਕਵਰ ਕੀਤੀ ਆ। ਨੈਕਸਟ ਜਿਹੜਾ ਹੈਗਾ ਇਹਨੇ 10:30 ਟਾਈਮ ਦੇਖੋ ਟਾਈਮ ਸਾਡੇ ਕੋਲ 10 ਮਿੰਟ ਇਹਨੇ ਫਿਰ 10 ਮੀਟਰ ਡਿਸਟੈਂਸ ਕਵਰ ਕੀਤੀ। ਇੱਥੇ ਕੀ ਹੋ ਰਿਹਾ ਟਾਈਮ ਆਪਾਂ ਕਿੰਨਾ ਲੈ ਰਹੇ ਆ 10 ਮਿੰਟ ਲੈ ਰਹੇ ਆ। ਠੀਕ ਆ ਡਿਸਟੈਂਸ ਜਿਹੜੀ ਆ ਉਹ ਹਰ ਵਿੱਚ 10 ਮੀਟਰ ਹੋ ਰਹੀ ਆ। ਠੀਕ ਆ ਨਾ ਅਗਰ ਬੇਟਾ ਅਸੀਂ ਸਹੀ ਸਕੇਲ ਲਈ देखो साढ़े को दो चीज़ां आ गई एक टाइम तो डिस्टेंस। अगर असी डिस्टेंस और टाइम दे विच ग्राफ ड्रा करांगे बेटा आपां साडा गाहां पोर्शन ग्राफ दा आना तुसीं ध्यान नाल उह च देखियो हुण साडे की होया इहदे विच आपां की देखांगे कि जेकर असी डिस्टेंस टाइम थल्ले नूं साडे कोल देखो इधर नूं आपां टाइम ले लैंदे आ। ठीक है ना 10 20 30 40 इधर आप डिस्टेंस ले लें 10 20 30 ते 40 इधरों डिस्टेंस वा इधर साडे कोल टाइम आ। आप देखते हैं 0 तो 0 ही आ 10 मिनट 10 डिस्टेंस कवर की 10 मीटर की नैक्सट 10 के फिर कितनी कर ली उन्हें फिर वो 10 कर दी आ। अगर आप ग्राफ ड्रा करांगे ठीक है नैक्सट 10 फिर 10 नैक्सट 10। ठीक है बेटा ਹੁਣ ਅਸੀਂ ਅਗਰ ਇਹ ਗ੍ਰਾਫ ਡਰਾ ਕਰਾਂਗੇ ਤਾਂ ਆਪਾਂ ਕੀ ਦੇਖਦੇ ਹਾਂ ਵੀ ਇਟ ਇਜ਼ ਸਟ੍ਰੇਟ ਲਾਈਨ। ਅਗਰ ਇਹ ਪੁਆਇੰਟ ਨੂੰ ਅਸੀਂ ਮਿਲਾ ਦਵਾਂਗੇ ਤਾਂ ਸਾਡੇ ਕੋਲ ਪੁਆਇੰਟ ਕਿੱਦਾਂ ਮਿਲੇ ਇਹ ਦਿਸ ਇਜ਼ ਏ ਸਟ੍ਰੇਟ ਲਾਈਨ। ਸਟ੍ਰੇਟ ਲਾਈਨ ਆ ਗਿਆ ਨਾ ਹਾਂ ਇਸ ਕਰਕੇ ਸਾਡੇ ਕੋਲ ਕੁਐਸਚਨ ਕੀ ਪੁੱਛਦਾ ਪਈ what does the path of an object look like when it is in uniform motion। बेटा साडी एग्जांपल किहड़ी है it is an example of uniform motion। ये uniform motion है ना आपां पढ़िया सीगा when a body travels equal distance in equal interval of time।
ਤਾਂ ਉਹਦਾ ਰਸਤਾ ਕਿਦਾਂ ਨਾ, ਇਟ ਇਜ਼ ਅ ਸਟ੍ਰੇਟ ਪਾਥ। ਦੇਖੋ ਸਿੱਧਾ ਨਾ ਇਹ, ਮਤਲਬ ਯੂਨੀਫਾਰਮ ਮੋਸ਼ਨ ਵਾਲੀ ਬੋਡੀ ਦਾ ਰਸਤਾ ਹੋਣਾ ਕਿਦਾਂ ਦਾ ਹੋਣਾ, ਇਟ ਵਿਲ ਬੀ ਏ ਸਟ੍ਰੇਟ ਪਾਥ। ਸਮਝ ਲੱਗੀ ਨਾ ਆਪਾਂ ਜਿਹੜਾ ਆਨਸਰ ਲਿਖਿਆ ਸੀਗਾ, ਐਨ ਆਬਜੈਕਟ ਹੈਵਿੰਗ ਯੂਨੀਫਾਰਮ ਮੋਸ਼ਨ ਹੈਜ਼ ਏ ਸਟ੍ਰੇਟ ਲਾਈਨ ਪਾਥ। ਇਹ ਗੱਲ ਕਲੀਅਰ ਹੋ ਗਈ ਤੁਹਾਨੂੰ ਹੁਣ? ਮਤਲਬ ਜਦੋਂ ਅਸੀਂ ਮਤਲਬ ਡਿਸਟੈਂਸ ਔਰ ਟਾਈਮ ਦੇ ਵਿੱਚ ਆਪਾਂ ਗ੍ਰਾਫ ਡਰਾ ਕਰਨਾ, ਤਾਂ ਫॉर ਯੂਨੀਫਾਰਮ ਮੋਸ਼ਨ ਆਪਾਂ ਗ੍ਰਾਫ ਦੇ ਵਿੱਚ ਸਾਡਾ ਗਾਹ ਆ ਜਾਣਾ ਇਹ, ਫॉर ਯੂਨੀਫਾਰਮ ਮੋਸ਼ਨ ਇਟ ਵਿਲ ਬੀ ਏ ਸਟ੍ਰੇਟ ਲਾਈਨ ਪਾਥ। ਜੇ ਨਾਨ ਯੂਨੀਫਾਰਮ ਹੁੰਦਾ ਫਿਰ ਕੀ ਹੁੰਦਾ, 10 ਮਿੰਟ ਲਈ ਕਦੇ ਉਹ 5 ਮੀਟਰ ਕਵਰ ਕਰ ਰਹੀ ਆ, ਕਦੇ 7 ਮੀਟਰ ਕਵਰ ਕਰ ਰਹੀ ਹੈ, ਕਦੇ 12 ਕਰ ਰਹੀ ਹੈ। ਫਿਰ ਨਿਸ਼ਾਨ ਕਿੱਥੇ ਲੱਗਣੇ ਸੀਗੇ, ਤੇ ਨਿਸ਼ਾਨ ਅੱਗੇ ਪਿੱਛੇ ਲੱਗਣੇ ਸੀ। ਫਿਰ ਕੀ ਹੋਣਾ ਸੀ, ਉਹ ਕਰਵ ਲਾਈਨ ਬਣਨੀ, ਫਿਰ ਉਹ ਸਿੱਧੀ ਲਾਈਨ, ਫਿਰ ਉਹ ਲਾਈਨ ਸਟ੍ਰੇਟ ਨਹੀਂ ਹੋਣੀ ਸੀ, ਉਹ ਕਰਵ ਹੋਣੀ ਸੀ ਇਸ ਤਰ੍ਹਾਂ ਵਿੰਗੀ ਟੇਢੀ। ਠੀਕ ਹੈ ਨਾ, ਇਦਾਂ ਕੁਝ ਵੀ ਹੋ ਸਕਦਾ ਸੀਗਾ। that will represent the non uniform motion. Uniform motion will be a straight line path। बेटा समझ लग गया? ਇਹ ਵੈਸੇ ਹਾਂ ਗ੍ਰਾਫ ਦੇ ਬਾਰੇ ਵੈਸੇ ਆਣਾ ਹੀ ਆਣਾ ਆ। ਹੁਣ ਬੇਟਾ ਨੈਕਸਟ ਜਿਹੜਾ ਕੁਐਸਚਨ ਹੈਗਾ, ਤੁਸੀਂ ਲਿਖਿਆ ਨਾ ਕਾਪੀ ਦੇ ਉੱਤੇ, ਕਾਪੀ ਤੁਹਾਡੇ ਕੋਲ ਹੈਗੀ ਇਸ ਵੇਲੇ? ਹਾਂ ਜਿਹੜਾ ਕੱਲ ਭੇਜਿਆ ਸੀ, ਦੇਖੋ ਉਹਦੇ ਵਿੱਚ ਕੀ ਆ, ਡਿਊਰਿੰਗ ਐਨ ਐਕਸਪੈਰੀਮੈਂਟ ਏ ਸਿਗਨਲ ਫਰੋਮ ਏ ਸਪੇਸਸ਼ਿਪ ਰੀਚ ਦਾ ਗਰਾਊਂਡ ਸਟੇਸ਼ਨ ਇਨ 5 ਮਿੰਟ। ਬੇਟਾ ਟਾਈਮ ਦੇਖੋ ਕਿੰਨਾ, ਮਤਲਬ ਇੱਕ ਸਾਡੇ ਕੋਲ ਨਾ ਕੀ ਹੈਗਾ, ਐਕਸਪੈਰੀਮੈਂਟ ਕੀਤਾ ਗਿਆ, ਉਹਦੇ ਕੋਲ ਕੀ ਹੈਗਾ ਆ, ਸਪੇਸਸ਼ਿਪ ਆ, ਮਤਲਬ ਕੋਈ ਸੈਟੇਲਾਈਟ ਹੈਗਾ। ਠੀਕ ਹੈ ਨਾ, ਸਪੇਸਸ਼ਿਪ ਕੀ ਹੈਗਾ ਆ, ਉਹ ਤੋਂ ਸਿਗਨਲ ਭੇਜਿਆ ਅਰਥ ਦੇ ਉੱਤੇ। ਉਹ ਸਿਗਨਲ ਆਉਣ ਨੂੰ ਕਿੰਨਾ ਟਾਈਮ ਲੱਗਿਆ, ਟਾਈਮ ਲੱਗਾ 5 ਮਿੰਟ। ਠੀਕ ਹੈ ਜੀ, ਟਾਈਮ ਲੱਗਦਾ 5 ਮਿੰਟ। ਤੇ ਵਾਟ ਵਾਸ ਦਾ ਡਿਸਟੈਂਸ ਆਫ ਦਾ ਸਪੇਸਸ਼ਿਪ ਫਰੋਮ ਦਾ ਗਰਾਊਂਡ ਸਟੇਸ਼ਨ। ਜਿਹੜੀ ਇਹਦੀ ਇੱਥੇ ਡਿਸਟੈਂਸ ਹੈਗੀ ਆ, ਮਤਲਬ ਕਿੰਨੀ ਡਿਸਟੈਂਸ ਆ, ਇਹ ਅਸੀਂ ਕੱਢਣੀ ਆ। ਠੀਕ ਹੈ ਨਾ, ਤੇ ਨਾਲ ਕੀ ਆ, ਦਾ ਸਿਗਨਲ ਟਰੈਵਲ ਐਟ ਦਾ ਸਪੀਡ ਆਫ ਲਾਈਟ। ਜਿਹੜਾ ਸਿਗਨਲ ਦੀ ਸਪੀਡ ਹੈਗੀ ਆ, ਦੈਟ ਇਜ਼ ਜੀ 3 × 10 ਦੀ ਰੇਜ਼ਡ ਪਾਵਰ 8 ਮੀਟਰ ਪਰ ਸੈਕਿੰਡ। ਮਤਲਬ ਇਹ ਸਪੀਡ ਆਫ ਲਾਈਟ ਆ ਬੇਟਾ, ਜਿਹੜੀ ਨਾ 3 × 10 ਦੀ ਰੇਜ਼ਡ ਪਾਵਰ 8 ਮੀਟਰ ਪਰ ਸੈਕਿੰਡ ਦੀ, ਤੇ ਦਾ ਫਾਸਟੈਸਟ, ਮਤਲਬ ਇਸ ਦੁਨੀਆ ਦੇ ਵਿੱਚ ਇਹ ਤੋਂ ਤੇਜ਼ ਕੁਝ ਨਹੀਂ ਚੱਲਦਾ। ਨਥਿੰਗ ਫਾਸਟਰ ਇਜ਼ ਫਾਸਟਰ ਦੈਨ ਦਿਸ ਸਪੀਡ। ਇਹ ਹਾਈਐਸਟ ਸਪੀਡ ਵਾ ਕਿਸੇ ਵੀ ਬੋਡੀ ਦੀ, ਜਿਹੜੀ ਇੱਕ ਬੋਡੀ ਕੈਨ ਐਕਵਾਇਰ। ਇਹ ਹੁੰਦੀ ਹੈ ਸਪੀਡ ਆਫ ਲਾਈਟ। ਜਿਹੜੀ ਸਪੀਡ ਆਫ ਲਾਈਟ ਕਿੰਨੀ ਹੈ ਬੇਟਾ, 3 × 10 ਦੀ ਰੇਜ਼ ਪਾਵਰ 8 ਮੀਟਰ ਪਰ ਸੈਕਿੰਡ ਇਨ 에ਅਰ ਵਾ ਇਹ। ਇਟ ਇਜ਼ ਐਨ 에ਅਰ ਔਰ ਵੈਕਿਊਮ। ਠੀਕ ਹੈ ਨਾ, ਔਰ ਸਪੀਡ ਹੁੰਦੀ ਕਿਹਦੀ ਆ, ਇਹ ਹੁੰਦੀ ਫੋਟੋਨ ਦੀ। ਜਿਹੜੀ ਆਪਾਂ ਨਾ ਲਾਈਟ ਦੇਖਦੇ ਆ, ਮਤਲਬ ਆਪਾਂ ਰੋਸ਼ਨੀ ਜਿਹਨੂੰ ਆਪਾਂ ਕਹਿੰਦੇ ਦਿਸ ਰਹੀ ਸਾਨੂੰ, ਪਤਾ ਇਟ ਇਜ਼ ਕੰਪੋਜ਼ਡ ਆਫ ਦਾ ਫੋਟੋਨ। ਇਹਦਾ ਇਹ ਫੋਟੋਨ ਹੁੰਦਾ, ਫੋਟੋਨ ਪਾਰਟੀਕਲ ਇਜ਼ ਦਾ ਫਾਸਟੈਸਟ ਇਨ ਦਾ ਵਰਲਡ। ਇਸ ਦੁਨੀਆ ਦੇ ਵਿੱਚ ਸਭ ਤੋਂ ਤੇਜ਼ ਕੌਣ ਦਾ ਸਪੀਡ ਕਿਹਦੀ ਆ, ਫੋਟੋਨ ਦੀ। ਕਿਉਂਕਿ ਫੋਟੋਨ ਨੇ ਸਪੀਡ ਬਣੀ, ਲਾਈਟ ਬਣੀ, ਇਸ ਕਰਕੇ ਸਪੀਡ ਆਫ ਲਾਈਟ ਵੀ ਇੰਨੀ ਹੁੰਦੀ ਆ। ਹੁਣ ਸਾਡੇ ਕੋਲ ਬੇਟਾ ਦੋ ਚੀਜ਼ਾਂ ਆ ਗਈਆਂ, ਇੱਕ ਤਾਂ ਟਾਈਮ ਆ ਗਿਆ ਸਾਡੇ ਕੋਲ। ਟਾਈਮ ਸਾਡੇ ਕੋਲ ਕਿੰਨਾ ਆ ਗਿਆ, ਸਾਡੇ ਕੋਲ ਟਾਈਮ ਹੈਗਾ 5 ਮਿੰਟ। ਹੁਣ ਬੇਟਾ ਯਾਦ ਰੱਖਣਾ, ਤੁਹਾਨੂੰ ਮੈਂ ਦੱਸਿਆ ਸੀਗਾ ਵੀ SI ਯੂਨਿਟ ਆਫ ਟਾਈਮ ਇਜ਼ ਸੈਕਿੰਡ। ਇਸ ਕਰਕੇ ਜਿਹੜੀਆਂ ਜੋ ਵੀ ਹੈਗਾ, ਅਸੀਂ ਇਹਨੂੰ ਮਿੰਟ ਨੂੰ ਸੈਕਿੰਡ ਵਿੱਚ ਕਨਵਰਟ ਕਰਨਾ 60 ਨਾਲ ਮਲਟੀਪਲਾਈ ਕਰਕੇ। ਇਸ ਕਰਕੇ ਸਾਡੇ ਕੋਲ ਟਾਈਮ ਕਿੰਨਾ ਹੋਗਾ, 300 ਸੈਕਿੰਡ। ਸੈਕਿੰਡ ਹੋਣਾ ਸਪੀਡ ਆਫ ਸਿਗਨਲ। ਸਿਗਨਲ ਕਿਸ ਸਪੀਡਾਂ ਥੱਲੇ ਆ ਰਿਹਾ, ਉਹ ਸਪੀਡ ਹੈਗੀ ਇੰਨੀ। ਇਸ ਕਰਕੇ ਸਪੀਡ ਆਫ ਸਿਗਨਲ ਕਿੰਨਾ ਹੋ ਗਿਆ, ਇੰਨਾ ਹੋ ਗਿਆ। ਤੇ ਡਿਸਟੈਂਸ ਆਪਾਂ ਕੱਢਣੀ ਆ। ਠੀਕ ਹੈ ਨਾ ਜੀ, ਤੇ ਸਾਨੂੰ ਪਤਾ ਵੀ ਫਾਰਮੂਲਾ ਕੀ ਹੈ, ਸਪੀਡ ਕਾਹਦੇ ਬਰਾਬਰ, ਡਿਸਟੈਂਸ ਅਪੋਨ ਟਾਈਮ ਹੁੰਦੀ, ਸਾਨੂੰ ਪਤਾ ਨਾ ਹੁਣ। ਤੇ ਡਿਸਟੈਂਸ ਕਾਹਦੇ ਬਰਾਬਰ ਹੋ ਗਈ, ਇਹਨੂੰ ਆਪਾਂ ਕ੍ਰਾਸ ਮਲਟੀਪਲਾਈ ਕਰਾਂਗੇ, ਤਾਂ ਡਿਸਟੈਂਸ ਇਕੁਅਲ ਟੂ ਸਪੀਡ ਇਨਟੂ ਟਾਈਮ। ਹਾਂ ਠੀਕ ਹੈ ਨਾ, ਪਤਾ ਨਾ, ਜਦੋਂ ਆਪਾਂ ਕ੍ਰਾਸ ਮਲਟੀਪਲਾਈ ਕਰਦੇ ਆ, ਡਿਸਟੈਂਸ ਇੰਨਾ ਮਲਟੀਪਲਾਈ ਹੋ ਗਿਆ, ਸਪੀਡ ਇਨਟੂ ਟਾਈਮ ਹੋ ਗਿਆ। ਤੇ ਸਪੀਡ ਕਿੰਨੀ ਆ, ਸਪੀਡ ਇੰਨੀ ਆ, ਤੇ ਟਾਈਮ 300 ਸੈਕਿੰਡ। ਜਦੋਂ ਮਲਟੀਪਲਾਈ ਕਰਾਂਗੇ ਅਸੀਂ, ਦੇਖੋ 3 × 3 9, 900 ਹੋ ਗਿਆ ਨਾ ਇਹ ਬੇਟਾ। ਫਿਰ ਆਪਾਂ ਆ ਮੈਂ 8 ਜਗ੍ਹਾ ਮੈਂ 10 ਕਰ ਲਿਆ। 10 ਕਿਉਂ ਕਰ ਲਿਆ ਮੈਂ, ਪਤਾ ਕਿਸ ਨੂੰ ਇਹ? ਦੇਖੋ ਸਾਡੇ ਕੋਲ ਆਨਸਰ ਕੀ ਆ ਗਿਆ, ਸਾਡੇ ਕੋਲ ਆਨਸਰ ਆਇਆ ਬੇਟਾ 3 × 10 ਦੀ ਰੇਜ਼ ਪਾਵਰ 8 × 300। ਠੀਕ ਹੈ ਨਾ, ਹੁਣ ਇਹ ਮਲਟੀਪਲਾਈ ਸਾਡੇ ਕੋਲ ਹੋ ਗਿਆ, ਇਹ ਬਣ ਗਿਆ 900। 900 ਮਲਟੀਪਲਾਈ 10 ਦੀ ਰੇਜ਼ ਪਾਵਰ 8। ਠੀਕ ਹੈ ਨਾ, ਮੀਟਰ। ਬੇਟਾ ਜਿਹੜਾ 2 ਜਿਹੜੇ ਹੈਗੇ ਆ, ਇੱਕ 100 ਨਾਲ ਮਲਟੀਪਲਾਈ 9 × 100 ਆ ਇਹ, ਇੰਟੂ 10 ਦੀ ਰੇਜ਼, ਜਿਹੜੇ 2 0 ਇੱਥੇ ਪਲੱਸ ਕਰ ਦਿੰਦੇ ਅਸੀਂ। ਠੀਕ ਹੈ ਨਾ,
ਸਾਡੇ ਕੋਲ ਹੋ ਗਿਆ 9 × 10 ਦੀ ਰੇਜ਼ ਪਾਵਰ 10 ਮੀਟਰ ਪਰ ਮੀਟਰ, ਸੌਰੀ ਇਹਨੂੰ ਪਤਾ ਆਪਾਂ ਸਾਇੰਟਿਫਿਕ ਨੋਟੇਸ਼ਨ 7th ਕਲਾਸ ਵਿੱਚ ਸੀਗੀ ਤੁਹਾਨੂੰ ਮੈਥ ਦੇ ਵਿੱਚ ਇਹ? ਹਾਂ 7th ਕਲਾਸ ਦੇ ਵਿੱਚ ਮੈਥ ਦੇ ਵਿੱਚ ਸਾਇੰਟਿਫਿਕ ਨੋਟੇਸ਼ਨ ਹੁੰਦੀ, ਜੇਕਰ ਆਪਾਂ ਜ਼ੀਰੋ ਜਿਹੜੀ ਹੈ ਨਾ, ਆਪਾਂ ਜੇਕਰ ਇਹਨੂੰ ਇੱਧਰ ਲੈ ਕੇ ਜਾਣਾ ਆ ਤਾਂ ਪਲੱਸ ਕੇ ਡੈਸੀਮਲ ਨੂੰ ਵਧਾਣੇ, ਫਿਰ ਆਪਾਂ ਇੱਥੇ ਮਾਈਨਸ ਕਰ ਦਿੰਦੇ ਆ, ਕੁਝ ਕਰਦੇ ਸੀ ਨਾ, ਯਾਦ ਹੋਵੇ ਤੁਹਾਨੂੰ ਮਾੜਾ ਮੋਟਾ? ਹਾਂ ਸਮਝ ਲੱਗ ਗਿਆ ਨਾ ਕਿੱਦਾਂ ਹੋ ਗਿਆ 9 × 10 ਦੀ ਰੇਜ਼ ਪਾਵਰ 8, ਕਿਉਂਕਿ ਜਿਹੜਾ ਦੋ ਜ਼ੀਰੋਆਂ ਸੀਗੀਆਂ 100 ਨਾਲ ਮਲਟੀਪਲ ਸੀ, ਦੇ 2 ਜ਼ੀਰੋ ਇਹਦੇ ਵਿੱਚ ਪਲੱਸ ਹੋ ਗਈਆਂ। ਠੀਕ ਹੈ ਨਾ, ਦੇਖੋ ਮੈਥ ਵਿੱਚ ਪੜ੍ਹ ਕੇ ਆਏ ਹੋਣੇ ਆ, ਦੇਖੋ 100 ਕੀ ਆ, 100 ਮਤਲਬ 10 ਦੀ ਰੇਜ਼ ਪਾਵਰ 2, 10 ਦੀ ਰੇਜ਼ ਪਾਵਰ 8, ਆ ਬੇਸ ਸੇਮ ਹੋ ਗਿਆ ਨਾ, ਤੇ ਬੇਸ ਸੇਮ ਦਾ ਪਾਵਰ ਆਪਾਂ ਪਲੱਸ ਕਰਦੇ ਹੁੰਦੇ ਆ, ਇਹ 8ਵੀਂ ਚ ਸਿਖਾਇਆ ਗਿਆ ਨਾ ਤੁਹਾਨੂੰ। ਦੇਖੋ ਬੇਟਾ, ਹਾਂ ਸਾਇੰਸ ਦੇ ਵਿੱਚ ਮੈਥ ਵੀ ਨਾਲੇ ਚੱਲਦਾ ਆ, ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗਾ ਨਾ ਸਰ ਕਿੱਥੋਂ ਆ ਗਿਆ, ਮੈਨੂੰ ਪੁੱਛ ਲੈਣਾ, ਠੀਕ ਹੈ ਨਾ। ਸਾਇੰਸ ਨਾਲੋਂ ਬੈਟਰ ਮੈਂ ਮੈਥ ਪੜ੍ਹਾਣਾ, ਸਮਝ ਲੱਗੇ? ਮਤਲਬ ਮੈਨੂੰ ਮੈਥ ਆਉਂਦਾ ਆ ਕਾਫੀ ਹੱਦ ਤੱਕ, ਤੁਹਾਨੂੰ ਮੈਂ ਸਮਝਾ ਦੂੰਗਾ। ਇਹ ਪਤਾ ਸੀਗੇ ਸਾਡੇ 5 ਕੁਐਸਚਨ, ਇਹਨਾਂ ਦੇ ਵਿੱਚੋਂ ਤੁਸੀਂ ਕਾਪੀ ਤੇ ਨੋਟ ਕੀਤਾ, ਜੇ ਕੁਝ ਤੁਸੀਂ ਪੁੱਛਣਾ ਮੈਨੂੰ ਦੱਸ ਦਿਓ, ਐਨੀਥਿੰਗ। नो, ਅੱਗੇ ਚਲੀਏ ਫਿਰ। ਨੈਕਸਟ ਬੇਟਾ ਸਾਡੇ ਕੋਲ ਕੁਐਸਚਨ ਹੈਗਾ, ਵੈਨ ਵਿਲ ਯੂ ਸੇ ਏ ਬੋਡੀ ਇਜ਼ ਇਨ ਯੂਨੀਫਾਰਮ ਐਕਸਲਰੇਸ਼ਨ, ਨॉन ਯੂਨੀਫਾਰਮ ਐਕਸਲਰੇਸ਼ਨ। ਆਪਾਂ ਨੇ ਐਕਸਲਰੇਸ਼ਨ ਪੜਿਆ ਸੀਗਾ, ਐਕਸਲਰੇਸ਼ਨ ਕੀ ਸੀ? ਇਟ ਇਜ਼ ਅ ਰੇਟ ਆਫ ਚੇਂਜ ਆਫ ਵੈਲੋਸਿਟੀ। ਅਗਰ ਆਪਾਂ ਨੂੰ ਤੁਹਾਨੂੰ ਯਾਦ ਹੋਵੇ ਦੂਸਰੀ ਕਾਪੀ ਤੇ ਆ, ਆਪਾਂ ਐਕਸਲਰੇਸ਼ਨ ਪੜ ਚੁੱਕੇ ਆ। ਐਕਸਲਰੇਸ਼ਨ, ਐਕਸਲਰੇਸ਼ਨ ਕੀ ਸੀਗਾ? ਰੇਟ ਆਫ ਚੇਂਜ ਆਫ ਵੈਲੋਸਿਟੀ। ਇਹਦਾ ਫਾਰਮੂਲਾ ਕੀ ਸੀਗਾ? A = V - U/T। ਜ਼ਿਆਦਾ ਬੇਟਾ? ਮਤਲਬ ਅਸੀਂ ਕੱਲ ਤੋਂ ਪਹਿਲਾਂ ਜਿਹੜਾ ਪਰਸੋਂ ਟੌਪਿਕ ਕੀਤਾ ਸੀ ਉਹ ਐਕਸਲਰੇਸ਼ਨ ਹੀ ਕੀਤਾ ਸੀਗਾ। ਇਟ ਵਾਜ਼ ਰੇਟ ਆਫ ਚੇਂਜ ਆਫ ਵੈਲੋਸਿਟੀ, ਠੀਕ ਹੈ ਨਾ। ਐਕਸਲਰੇਸ਼ਨ V - U/T। V ਸਾਡੇ ਕੋਲ ਫਾਈਨਲ ਵੈਲੋਸਿਟੀ ਹੁੰਦੀ ਆ, U ਇਨੀਸ਼ੀਅਲ ਆ, T ਟਾਈਮ ਹੁੰਦਾ। ਉਹਦੀ ਇਹਦੀ ਜਿਹੜੀ ਯੂਨਿਟ ਸੀਗੀ ਦੈਟ ਵਾਜ਼ ਮੀਟਰ ਪਰ ਸੈਕੰਡ ਸਕੁਅਰ। ਇਹ ਯਾਦ ਰੱਖਣਾ ਬੇਟਾ, ਇਹਦੀ ਐਕਸਲਰੇਸ਼ਨ ਦੀ ਜਿਹੜੀ ਸਪੀਡ ਹੋ ਜਾਂ ਵੈਲੋਸਿਟੀ ਦੀ ਹੁੰਦੀ ਆ ms - 1, ਐਕਸਲਰੇਸ਼ਨ ਦੀ ਮੀਟਰ ਪਰ ਸੈਕੰਡ। ਹੁਣ ਐਕਸਲਰੇਸ਼ਨ ਜਦੋਂ ਗੱਲ ਹੈ ਯੂਨੀਫਾਰਮ ਦੀ, ਦੇਖੋ ਬੇਟਾ ਐਕਸਲਰੇਸ਼ਨ ਵਿੱਚ ਕੀ ਹੁੰਦਾ ਆ, U ਤੋਂ ਇਹਦੀ ਮਤਲਬ ਵੈਲੋਸਿਟੀ ਇਨੀਸ਼ੀਅਲ ਤੋਂ ਫਾਈਨਲ ਹੁੰਦੀ ਆ, ਠੀਕ ਹੈ ਨਾ। ਮਤਲਬ ਕੀ ਆ, ਵੈਲੋਸਿਟੀ ਇਨਕਰੀਜ਼ ਕਰਦੀ ਆ, ਜ਼ੀਰੋ ਹੁੰਦੀ ਆ, ਜ਼ੀਰੋ ਤੋਂ ਵੱਧ ਹੀ ਜਾਂਦੀ ਇਹ, ਠੀਕ ਹੈ ਨਾ। ਜਿਹੜੀ ਉਹਨੂੰ ਫਾਈਨਲ ਬੋਲਦੇ ਆ, ਮਤਲਬ ਇਨਕਰੀਜ਼ ਹੁੰਦੀ ਹੈ ਸਪੀਡ। ਇਹਨੂੰ ਅਸੀਂ ਬੋਲਦੇ ਪੋਜ਼ਿਟਿਵ ਐਕਸਲਰੇਸ਼ਨ। ਕਈ ਵਾਰ ਤੁਸੀਂ ਬ੍ਰੇਕਾਂ ਲਾਣੇ ਆ, ਜਦੋਂ ਆਪਾਂ ਬ੍ਰੇਕ ਲਗਾਣੇ ਆ ਫਿਰ ਕੀ ਹੁੰਦਾ, ਜਿਹੜੀ ਸਪੀਡ ਹੈਗੀ ਆ, ਵੈਲੋਸਿਟੀ ਕੀ ਹੁੰਦੀ ਆ, ਉਹ ਡਿਕਰੀਜ਼ ਕਰਦੀ ਆ। ਮਤਲਬ ਜਦੋਂ ਅਸੀਂ ਐਕਸਲਰੇਟ ਕਰਦੇ ਆ, ਤੇਜ਼ ਚੱਲਦੇ ਆ, ਤਾਂ ਵੈਲੋਸਿਟੀ ਇਨਕਰੀਜ਼ ਹੁੰਦੀ ਆ। ਜਦੋਂ ਅਸੀਂ ਬ੍ਰੇਕ ਸਪਲਾਈ ਕਰਦੇ ਆ, ਮਤਲਬ ਬ੍ਰੇਕਾਂ ਲਗਾਣੇ ਆ, ਤੇ ਬੋਡੀ ਦੀ ਜਿਹੜੀ ਵੈਲੋਸਿਟੀ ਜਿਹੜੀ ਹੈਗੀ ਆ ਉਹ ਫਿਰ ਡਿਕਰੀਜ਼ ਹੁੰਦੀ ਆ, ਠੀਕ ਹੈ ਨਾ। ਹਾਂ, ਹੁਣ ਬੇਟਾ ਯੂਨੀਫਾਰਮ ਦਾ ਮਤਲਬ ਕੀ ਆ? ਯੂਨੀਫਾਰਮ ਦੇ ਵਿੱਚ ਕੀ ਹੋਣਾ, ਅਗਰ ਤਾਂ ਐਕਸਲਰੇਸ਼ਨ ਕੀ ਆ, ਰੇਟ ਆਫ ਚੇਂਜ ਆਫ ਵੈਲੋਸਿਟੀ, ਠੀਕ ਹੈ ਨਾ। ਮਤਲਬ ਜਿਹੜੀ ਵੈਲੋਸਿਟੀ, ਜਿਹੜੀ ਯੂਨੀਫਾਰਮ ਐਕਸਲਰੇਸ਼ਨ ਕੀ ਹੋਣਾ, ਇਫ ਵੈਲੋਸਿਟੀ ਆਫ ਬੋਡੀ ਇਨਕਰੀਜ਼ਸ ਔਰ ਡਿਕਰੀਜ਼ਸ, ਜਾਂ ਤਾਂ ਵੱਧਦੀ ਆ ਉਹ ਜਾਂ ਉਹ ਘਟਦੀ ਆ, ਇਟ ਇਜ਼ ਇਕੁਅਲ ਰੇਟ, ਠੀਕ ਹੈ ਨਾ। ਮਤਲਬ ਰੇਟ ਘਟਣ ਦਾ ਕੀ ਆ, ਵਧਣ ਦਾ ਵੀ ਸੇਮ ਹੋਣਾ ਚਾਹੀਦਾ, ਘਟਣ ਦਾ ਵੀ ਸੇਮ ਹੋਣਾ ਚਾਹੀਦਾ, ਤਾਂ ਐਕਸਲਰੇਸ਼ਨ ਕੀ ਹੋਣਾ, ਦੈਟ ਵਿਲ ਬੀ ਯੂਨੀਫਾਰਮ। ਮਤਲਬ ਕੀ ਹੈਗਾ, 10 ਤੋਂ 20 ਹੋਈ, ਪਹਿਲਾਂ 0 ਸੀਗੀ, U 0 ਆ, ਇਹ ਕੀ ਹੋਊਗਾ 10 ਹੋ ਗਈ ਮੀਟਰ ਪਰ ਸੈਕਿੰਡ, ਠੀਕ ਹੈ ਨਾ। ਫਿਰ ਕੀ ਹੋ ਗਈ, ਉਹ ਅਗਲੇ ਟਾਈਮ ਲੱਗਾ ਇਹਨੂੰ 10 ਸੈਕਿੰਡ, ਅੱਗੇ 20 ਹੋ ਗਈ, ਠੀਕ ਹੈ ਨਾ। ਮਤਲਬ ਇੱਥੇ ਇਹ ਆ U ਸਾਡੇ ਕੋਲ ਪਹਿਲੇ ਲਈ 0 ਆ, ਤੇ ਆ V ਸਾਡੇ ਕੋਲ 3 ਆ, ਠੀਕ ਹੈ ਨਾ। V ਕਿੰਨੀ ਆ, 10। ਡਿਫਰੈਂਸ ਕਿੰਨਾ ਆ ਗਿਆ, V - U/T ਕਿੰਨਾ ਆਣਾ, 10 - 0/10। ਕਿੰਨਾ ਆਂਸਰ ਆ ਗਿਆ, 10/10, 1 ਆ ਗਿਆ। ਐਕਸਲਰੇਸ਼ਨ ਕੀ ਆ ਗਿਆ, 1 ਮੀਟਰ ਪਰ ਸੈਕੰਡ ਸਕੁਅਰ। ਅਗਲੇ ਦੇ ਲਈ ਕੀ ਹੋ ਗਿਆ,
टाइम फिर उन्हें 10 तो 20 होना आ, टाइम इन्हें फिर लिया 10 सैकेंड, तो डिफरेंस कितना आ गया, जू कितना आउण बेटा इत्थे, जू 10 मीटर पर सैकेंड आ, ते वी जिहड़ा हैगा वो 20 मीटर पर सैकेंड आ, बी माइने यू कितना आ गया, कितना आ गया, बी माइने 10, 10 टाइम साढ़े को 10 ही है, 10 मिनट, फिर आंसर कितना आ गया 1 मीटर पर सैकेंड, ठीक है ना, सॉरी एक्सलरेशन। हुण इत्थे की हो रहा, मतलब हर बार जिहड़ा हैगा एक्सलरेशन की आ, दैट इज यूनीफॉर्म, मतलब अगर जिहड़ी स्पीड जिहड़ी आ वेलोसिटी आ ਉਹ यूनीफॉर्मली ਵਧੇ ਜਾਂ यूनीफॉर्मली ਘਟੇ। ਬੇਟਾ ਕੀ ਹੋ ਗਿਆ ਤੋਤਾ ਰਾਮ ਜੀ, ਹੈ ਕਿਸੇ ਨੂੰ ਵੀ ਨਹੀਂ ਆਦੀ। ਬੇਟਾ ਮੈਂ ਤਾਂ ਵੀਡੀਓ ਸਾਰਿਆਂ ਨੂੰ, ਮੇਰਾ ਵੀਡੀਓ ਦਿਸ ਰਿਹਾ, ਬਟ ਸਕਰੀਨ ਦਿਸ ਰਹੀ ਸਾਰਿਆਂ ਨੂੰ। ਦੇਖੋ ਤੁਸੀਂ 15 ਬੱਚਿਆਂ ਚੋਂ ਅੱਜ 8 ਜਣੇ ਆਏ ਆ ਬੇਟਾ, ਬਾਕੀਆਂ ਨੂੰ ਕਿਉਂ ਤੋਂ ਕਲਾਸ ਲਗਾ ਲਿਆ ਕਰੋ, ਛੁੱਟੀਆਂ ਨਹੀਂ ਹੋਈਆਂ। ਚਲੋ ਬਾਕੀ ਤੋਤਾ ਰਾਮ ਦਿਸੀ ਸਕਰੀਨ। ਨਹੀਂ ਯਾਰ ਮੈਂ ਤਾਂ ਵੀਡੀਓ ਔਨ ਸਾਰਾ, ਮੇਰਾ ਮਾਈਕ ਵੀ ਚੱਲਦਾ। ਪੁੱਤ ਆਪਣਾ ਧਿਆਨ ਦੇ, ਤੂੰ ਕਿਤੇ ਉਹ ਸਿਲੈਕਟ ਕਰ ਉਹਦੇ ਵਿੱਚ ਜਾ ਕੇ, ਜਿਹੜਾ ਜਿਹੜਾ ਸਪੀਕਰ ਬੋਲਦਾ ਨਾ ਉਹਦੀ ਮੈਨੂੰ ਫੋਟੋ ਦਿਸਣੀ ਚਾਹੀਦੀ ਆ। ਚਲ ਮੈਂ ਰਿਕਾਰਡਿੰਗ ਜੇ ਹੋਗੀ ਤਾਂ ਰਿਕਾਰਡਿੰਗ ਭੇਜ ਦੂੰਗਾ। ਬੇਟਾ ਆਪਾਂ ਗੱਲ ਕਰ ਲਏ ਸੀਗੇ ਯੂਨੀਫਾਰਮ ਐਕਸਲਰੇਸ਼ਨ। ਯੂਨੀਫਾਰਮ ਐਕਸਲਰੇਸ਼ਨ ਕੀ ਹੋਣਾ ਆ, if the velocity of a body increases or decreases at a uniform rate, then body will be said to be in uniform ਸਮਝ ਲੱਗ ਗਿਆ ਨਾ, ਮੈਂ ਦੱਸ ਕੇ ਜਿਹੜਾ ਤੁਹਾਨੂੰ ਜਿੱਦਾਂ ਆ ਬੇਟਾ ਸਮਝ ਲੱਗਿਆ ਕੁਛ। ਦੇਖੋ ਮੈਂ ਦੁਬਾਰਾ ਦੱਸਦਾ, ਆਪਾਂ ਦੇ ਕੋਲ ਬੋਡੀ A ਆ, ਠੀਕ ਹੈ ਨਾ, ਇਹ ਕੀ ਕਰਦੀ ਆ, ਇਹ A ਪੁਆਇੰਟ ਤੋਂ ਸ਼ੁਰੂ ਕਰਦੀ ਆ, ਜ਼ੀਰੋ ਸੀਗੀ ਉਸ ਵੇਲੇ, ਇਹਦੀ ਇਨੀਸ਼ੀਅਲ ਵੈਲੋਸਿਟੀ ਜ਼ੀਰੋ ਹੋਣੀ ਆ। ਇਹਨੇ ਕੀ ਕੀਤਾ, ਪੁਆਇੰਟ B ਤੇ ਗਈ, ਇਹ ਡਿਸਟੈਂਸ ਕਵਰ ਕੀਤੀ ਇਹਨੇ 10 ਮੀਟਰ, ਟਾਈਮ ਲਿਆ ਇਹਨੇ, ਇਹਦਾ ਟਾਈਮ ਜਿਹੜਾ ਹੈਗਾ ਉਹ ਹੈਗਾ 10 ਸੈਕਿੰਡ, ਠੀਕ ਹੈ ਨਾ। ਇਹਦੀ ਵੈਲੋਸਿਟੀ ਜਿਹੜੀ ਆ ਉਹ ਫਾਈਨਲ ਵੈਲੋਸਿਟੀ ਹੋ ਜਾਣੀ ਆ, ਇਹ ਸੋਰੀ ਡਿਸਟੈਂਸ ਦੀ ਆ ਇਹ, ਮਤਲਬ ਉਹਦੀ ਪਹਿਲਾਂ ਜਿਹੜੀ ਬੋਡੀ ਦੀ ਵੈਲੋਸਿਟੀ ਜ਼ੀਰੋ ਆ, ਠੀਕ ਹੈ ਨਾ, ਫਿਰ ਉਹਨੇ ਕੀ ਕੀਤਾ 10 ਮੀਟਰ ਪਰ ਸੈਕਿੰਡ ਹੋ ਗਈ, ਠੀਕ ਹੈ ਨਾ। ਟਾਈਮ ਜਿਹੜਾ ਹੈਗਾ ਆ ਦੇਖੋ ਮੈਂ ਦੱਸ ਕੇ ਹਟਿਆ ਤੁਹਾਨੂੰ, ਠੀਕ ਹੈ ਨਾ, ਜੂ ਤੋਂ 10 ਮੀਟਰ ਪਰ ਸੈਕਿੰਡ, ਫਿਰ ਵੱਧ ਰਹੀ, ਇਕਲੀ ਵੱਧ ਰਹੀ ਹੈ ਉਹਦੀ, ਔਰ ਟਾਈਮ ਗਿਵਨ ਆ, ਮਤਲਬ ਪਹਿਲਾਂ 10 ਸੀਗੀ ਮੀਟਰ ਪਰ ਸੈਕਿੰਡ ਹੋ ਗਈ, ਫਿਰ ਉਹਦੀ 20 ਮੀਟਰ ਪਰ ਸੈਕਿੰਡ ਹੋ ਗਈ, ਫਿਰ ਉਹਦੀ ਜਿਹੜੀ ਹੈਗੀ ਆ 30 ਮੀਟਰ ਪਰ ਸੈਕਿੰਡ ਹੋ ਗਈ, ਠੀਕ ਹੈ ਨਾ। ਪਹਿਲਾਂ ਜ਼ੀਰੋ ਤੋਂ ਸਟਾਰਟ ਹੋਈ ਹੈ, ਇਹ ਟਾਈਮ ਲੈ ਰਹੀ ਹੈ, ਇਹ 10 ਸੈਕਿੰਡ ਲਿਆ ਉਹਨੇ, ਇਹਨੂੰ ਵੀ 10 ਸੈਕਿੰਡ ਲਿਆ ਇੱਥੋਂ ਇੱਥੇ ਤੱਕ ਜਾਣ ਦੇ ਲਈ 10 ਸੈਕਿੰਡ, ਇੱਥੇ ਵੀ 10 ਸੈਕਿੰਡ, ਮਤਲਬ ਕੀ ਆ ਇੱਥੇ ਡਿਫਰੈਂਸ ਕਿੰਨਾ ਆ ਗਿਆ, ਐਕਸਲਰੇਸ਼ਨ ਕਿੰਨਾ ਹੋ ਗਿਆ ਪਹਿਲੇ ਕੇਸ ਦੇ ਵਿੱਚ, ਆ v ਆ u ਆ, ਠੀਕ ਹੈ। 10 ਮਾਈਨਸ 0 ਬਟੇ ਟਾਈਮ 10, 10 ਬਟੇ 10, ਇਹ ਸਾਡੇ ਕੋਲ 1 ਮੀਟਰ ਪਰ ਸੈਕਿੰਡ। ਹੁਣ ਇੱਥੋਂ ਇੱਥੇ ਤੱਕ, ਇੱਥੇ ਇੱਥੋਂ ਐਕਸਲਰੇਸ਼ਨ 20, ਤੁਹਾਡੇ ਕੋਲ 20 ਆ, ਠੀਕ ਹੈ, ਜੂ 10 ਵਾ, ਟਾਈਮ 10 ਵਾ, ਇਹ ਕਿੰਨਾ ਆ ਗਿਆ 10 ਬਟੇ 10, ਇਹਦੇ ਵਿੱਚ ਹੀ ਬੇਟਾ ਐਕਸਲਰੇਸ਼ਨ ਕਿੰਨਾ ਆ, ਮੀਟਰ ਪਰ ਇੱਕੋ ਹੀ ਆ, ਠੀਕ ਹੈ ਨਾ। ਥਰਡ ਕੇਸ ਦੇ ਵਿੱਚ ਵੀ ਥਰਡ ਜਿਹੜਾ ਥਰਡ ਆ, ਇੱਥੇ ਵੀ ਡਿਫਰੈਂਸ ਸੇਮ ਆ, 30 ਮਾਈਨਸ 20 ਵੀ ਸਾਡੇ ਕੋਲ 10/10, ਮਤਲਬ 1 ਮੀਟਰ। ਇੱਥੇ ਕੀ ਹੋ ਰਿਹਾ ਦੇਖੋ ਧਿਆਨ ਦਿਓ, ਇੱਥੇ ਜਿਹੜੀ ਇਹਦੀ ਵੈਲੋਸਿਟੀ ਆ that is decreasing at a uniform rate, ਇੱਕਸਾਰ ਵੱਧ ਰਹੀ ਆ, ਠੀਕ ਹੈ ਨਾ। ਜੇਕਰ ਇੱਕਸਾਰ ਵਧੇ ਤਾਂ ਫਿਰ ਅਸੀਂ ਇਹਨੂੰ ਕਹਿੰਦੇ ਆ ਵੀ ਸੇ ਦੈਟ ਇਜ਼ ਸੈਡ ਟੂ ਬੀ ਯੂਨੀਫਾਰਮ ਐਕਸਲਰੇਸ਼ਨ। ਆ ਦੇਖੋ ਕੱਲ ਆਪਾਂ ਲਿਖਿਆ ਨਹੀਂ ਸੀਗਾ, ਇਹ ਨੋਟ ਕਰ ਲਓ ਬੇਟਾ ਇਸ ਕੁਐਸਚਨ ਦਾ। A body is said to be in uniform acceleration if its velocity increases or decreases by equal amounts in an equal interval of time। ਸਮਝ ਲੱਗ ਗਈ ਬਤ ਹੁਣ ਯੂਨੀਫਾਰਮ ਐਕਸਲਰੇਸ਼ਨ ਦਾ ਮਤਲਬ ਕੀ ਹੋਇਆ। ਹੈਲੋ बेटा बोलो, आवाज नहीं आती। हाँ जी हरमनप्रीत, पता लग गया।
मतलब body is said to be in a uniform acceleration if it is a velocity increases or decreases by equal amounts and equal interval of time। ठीक है वे दविंदर सिंह ਦੇ ਨਾਲ ਸਿਮਰਨ ਹੁੰਦੀ ਆ ਕੁੜੀ। हाँ बेटा समझ लग गया। अंजलि ठाकर, अर्शदीप, नोट किया काम? जो स्क्रीन पे मैं करा रहा दी फोटो खिंच के मैनू WhatsApp कर हुणे। अर्शदीप, तोताराम दिस रहा भी स्क्रीन हुण? आवाज सुनदी आ? कोई नहीं बेटा तेन समझ लगता? दिसदा नहीं कुछ भी। हाँ भी लवान्या जी, लवान्या की लिख रहा स्क्रीन ते बोलो। हाँ बोलो शाबाश। ਜਦੋਂ ਤੁਸੀਂ ਬੋਲਾਂਗੇ ਪਤਾ ਨਾਮ ਆਣਾ ਹੁਣ ਬੋਲੋ ਕੀ ਲਿਖਿਆ। बोलो बोलो शाबाश। हाँ जी रेणुका बोलो की लिखिया वो स्क्रीन पे। इट इज वेलोसिटी by equal amounts in an equal inter। हाँ जी मतलब यूनीफॉर्म देखो यूनीफॉर्म का मतलब ਹੁੰਦਾ हर ਜਿਹੜੀ ਕੋਈ ਵੀ ਚੀਜ਼ ਵਾ ਉਹਨੇ ਬਰਾਬਰ ਘਟਣਾ ਜਾਂ ਵਧਣਾ ਬਰਾਬਰ ਹੋਣਾ ਸਾਰਾ ਕੁਝ ਹੀ ਇੱਕ ਸਾਰਤਾ ਜਿਹਨੂੰ ਅਸੀਂ ਕਹਿ ਦਿੰਦੇ ਆ। ਹੁਣ ਐਕਸਲਰੇਸ਼ਨ ਕੀ ਹੈ? ਇਟ ਇਜ਼ ਅ ਰੇਟ ਆਫ ਚੇਂਜ ਆਫ ਵੈਲੋਸਿਟੀ मतलब ਵੈਲੋਸਿਟੀ ਜਿਹੜੀ ਜਾਂ ਤਾਂ ਉਹ ਘਟਣੀ ਆ ਚਾਹੇ ਵਧਣੀ ਆ ਜੇਕਰ ਯੂਨੀਫਾਰਮ ਘਟੇ ਉਹ ਯੂਨੀਫਾਰਮਲੀ ਘਟੇ ਠੀਕ ਹੈ ਨਾ ਫਿਰ ਹੋਣੀ ਆ ਦੈਟ ਇਜ਼ ਸੈਡ ਟੂ ਬੀ ਇਨ ਯੂਨੀਫਾਰਮ ਐਕਸਲਰੇਸ਼ਨ ਦਾ ਉਲਟ ਹੋ ਜਾਣਾ ਬੇਟਾ ਹੁਣ ਠੀਕ ਹੈ ਨਾ ਬੋਡੀ ਇਜ਼ ਸੈਡ ਟੂ ਬੀ ਇਨ ਨਾਨ ਯੂਨੀਫਾਰਮ ਐਕਸਲਰੇਸ਼ਨ if it is a velocity increases or decreases by unequal amounts in an equal interval of time। ਠੀਕ ਹੈ ਨਾ ਜੇ ਉਹਦੀ velocity ਜਿਹੜੀ ਆ ਉਹ ਇਨਕਰੀਜ਼ ਔਰ ਡਿਕਰੀਜ਼ ਹੁੰਦੀ ਬਾਈ ਅਨਈਕੁਅਲ ਅਮਾਉਂਟਸ ਮਤਲਬ ਉਹਦੀ ਘਟਣ ਦੀ ਜਿਹੜੀ ਦਰ ਵਾ ਘਟਣ ਦੀ ਸਮਾਂ ਬਰਾਬਰ ਹੀ ਹੋਣਾ ਇਕੁਅਲ ਇੰਟਰਵਲ ਆਫ ਟਾਈਮ। ਅਗਰ ਉਹ ਟਾਈਮ ਬਰਾਬਰ ਲੈਂਦੀ ਆ ਪਰ ਜਿਹੜੀ ਸਪੀਡ ਘਟਦੀ ਆ velocity ਘਟਦੀ ਆ ਵੱਧਦੀ ਆ ਉਹ ਅਨਈਕੁਅਲ ਆ ਠੀਕ ਹੈ ਨਾ। ਫਿਰ ਬੇਟਾ ਹੋਣਾ ਦੈਟ ਇਜ਼ ਸੈਡ ਟੂ ਬੀ ਅਨ नॉन यूनिफॉर्म एक्सलरेशन साक्षी ठीक है ना। फिर बेटा दैट इज सेड टू बी नॉन यूनिफॉर्म एक्सलरेशन ये दो पार्ट सीगे हुण ठीक है जी। खुशी पता नहीं नेक्स्ट क्लास ना दूजे नवे लैपटॉप ला के देख फिर देखना की चलदा ਉਹਦੇ ਵਿੱਚ बेटा समझ लग गया ये क्वेश्चन। हाँ हुण ये सैकंड पार्ट देखो सैकंड क्वेश्चन बेटा ਅਸੀਂ करना ਇਹਦਾ ਫਸਟ ਹੈਗਾ पेज नंबर 103 ਵਾ पेज नंबर 130 ਦਾ ਫਸਟ ਕੁਐਸਚਨ ਸੀ। ਸੈਕੰਡ ਕੁਐਸਚਨ ਹੈਗਾ ਉਹਨੂੰ ਆਪਾਂ ਤੁਹਾਨੂੰ ਭੇਜਿਆ ਨਹੀਂ ਹੈਗਾ ਤੁਹਾਨੂੰ ਸਮਝਾਉਣਾ ਹੀ ਆ ਮੈਂ ਦੇਖੋ ਧਿਆਨ ਦੇ ਨਾਲ। ਇਹ ਬੱਸ ਡਿਕਰੀਜ਼ਸ ਇਟ ਇਜ਼ ਸਪੀਡ from 80 किलोमीटर पर आवर to 60 किलोमीटर पर आवर in 5 सेकंड। देखो पहला ये पता न्यूमेरिकल कहते ਅਸੀਂ ਇਹਨਾਂ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਹੋਇਆ ਕੀ ਬੱਸ ਡਿਕਰੀਜ਼ਸ ਇਟ ਇਜ਼ ਸਪੀਡ from 80 किलोमीटर to 60 किलोमीटर स्पीड घट रही बेटा ਉਹਦੀ ਇਸ ਕੇਸ ਦੇ ਜਿਹੜੀ ਇਨੀਸ਼ੀਅਲ ਵੈਲੋਸਿਟੀ ਦੀ 80 ਹੋਣੀ ਆ ਫਾਈਨਲ ਵੈਲੋਸਿਟੀ 60 ਹੋਣੀ ਆ ਠੀਕ ਹੈ ਨਾ। ਹੁਣ ਧਿਆਨ ਦਿਓ ਇਹਦੇ ਵਿੱਚ ਸਾਡਾ ਕੀ ਆ ਇਨੀਸ਼ੀਅਲ ਵੈਲੋਸਿਟੀ ਆਪਾਂ ਸਿੱਧਾ ਚੱਲਣਾ ਇਹਦੇ ਵਿੱਚ ਆ ਗਿਆ ਇਨੀਸ਼ੀਅਲ ਵੈਲੋਸਿਟੀ ਆਪਾਂ ਲਿਖਦੇ u
ठीक है ना, वो बेटा हैगी 80 किलोमीटर पर आवर। हुण बेटा तुसीं की करना, ਇਹਨੂੰ ਕਨਵਰਟ ਕਰਨਾ ਮੀਟਰ ਪਰ ਸੈਕਿੰਡ ਦੇ ਵਿੱਚ। ਹੁਣ 80 ਮਲਟੀਪਲਾਈ 1000 ਫॉर ਕਿਲੋਮੀਟਰ 3600 ਫॉर ਆਵਰ। ਦੇਖੋ ਜਿਹੜਾ 1 ਕਿਲੋਮੀਟਰ ਵਾ ਉਹਦੇ ਵਿੱਚ 1000 ਮੀਟਰ ਹੁੰਦੇ ਪੁੱਤ, ਠੀਕ ਆ। ਉਹਦਾ 1 ਘੰਟਾ ਹੁੰਦਾ 1 ਆਵਰ, ਉਹਦੇ ਵਿੱਚ ਹੁੰਦੇ ਆ 3600 ਸੈਕਿੰਡ। ਤੁਸੀਂ ਕਹਿਣਾ ਕਿੱਦਾਂ ਆਏ ਜੀ? ਦੇਖੋ ਜਿਹੜਾ 1 ਮਿੰਟ ਹੁੰਦਾ ਸਾਡੇ ਕੋਲ 1 ਘੰਟਾ, 1 ਘੰਟੇ ਦੇ ਵਿੱਚ ਬੇਟਾ ਮਿੰਟ ਕਿੰਨੇ ਹੁੰਦੇ ਆ? 60 ਮਿੰਟ ਹੁੰਦੇ ਆ ਨਾ ਜੀ। ਤੇ ਇੱਕ ਜਿਹੜਾ 1 ਮਿੰਟ ਵਾ ਉਹਦੇ ਵਿੱਚ ਸੈਕਿੰਡ ਕਿੰਨੇ ਹੁੰਦੇ ਆ? ਉਹ 60 ਹੁੰਦੇ ਆ। ਇਸ ਕਰਕੇ ਜਿਹੜਾ 1 ਘੰਟਾ ਆ ਉਹਦੇ ਵਿੱਚ ਸੈਕਿੰਡ ਕਿੰਨੇ ਹੋ ਗਏ? ਕਿੰਨੇ ਹੋਣੇ? ਦੋਨਾਂ ਨੂੰ ਮਲਟੀਪਲਾਈ ਕਰਨਾ ਪੈਣਾ ਸਾਨੂੰ। 60 into 60 ਕਿੰਨੇ ਬਣ ਗਿਆ ਇਹ? 3600 3600 ਸੈਕਿੰਡ ਹੁੰਦੇ ਆ ਇਨ 1 ਆਵਰ। ਇਸ ਕਰਕੇ ਮੈਂ ਇੱਥੇ ਲਾਇਆ 3600। ਸਮਝ ਲੱਗਾ 3600 ਕਿੱਥੋਂ ਆਇਆ ਬਤੇ? ਹਾਂ ਮਤਲਬ ਜਿਹੜੀ ਆਪ ਜਿਹੜੀ ਆ ਸਾਡੀ ਵੈਲੋਸਿਟੀ ਹੈ ਨਾ, ਇਹਨੂੰ ਅਸੀਂ ਕਨਵਰਟ ਕਰਨਾ ਮੀਟਰ ਪਰ ਸੈਕਿੰਡ ਦੇ ਵਿੱਚ। ਤੇ 80 ਕਿਲੋਮੀਟਰ ਦੇ ਕਿਲੋਮੀਟਰ ਨੂੰ 1000 ਨਾਲ ਮਲਟੀਪਲਾਈ ਕੀਤਾ, 80 ਇਹ 80 into 1000 ਮੀਟਰ ਬਣ ਗਏ। ਕਿਉਂਕਿ ਡਿਵਾਈਡ ਕਰਨਾ ਪਰ ਆਵਰ, ਪਾਵਰ ਆਵਰ ਮੀਨਸ ਡਿਵਾਈਡ ਹੋਣਾ। ਇਹ 1 ਘੰਟੇ ਵਿੱਚ 3600 ਨੇ, ਸਿਰਫ 3600 ਨਾਲ ਆਪਾਂ ਡਿਵਾਈਡ ਕਰ ਦਿੱਤਾ। ਹੁਣ ਇਹਨੂੰ ਦੇਖੋ ਕੱਟ ਕੇ 80 into 10/36 ਆਪਾਂ ਗਾਹਾਂ ਨਹੀਂ ਕਰਨਾ, ਆਪਾਂ ਸੋਲਵ ਸਿੰਪਲ ਕਰ ਲੈਣਾ ਮੀਟਰ ਪਰ ਸੈਕਿੰਡ। ਇਹਨੂੰ ਗਾਹਾਂ ਵੀ ਤੁਸੀਂ ਸੋਲਵ ਕਰ ਸਕਦੇ, ਤੁਸੀਂ ਕਰ ਸਕਦੇ, ਠੀਕ ਹੈ ਨਾ। ਕੱਟ ਹੋ ਜਾਣਾ ਪੁੱਤ ਗਾਹਾਂ ਵੀ ਇਹ, ਠੀਕ ਹੈ। 18 ਹੋ ਗਏ, ਇਹ 9 ਦੂਣੀ 18, 2 ਪੰਜੇ 10 ਹੋ ਗਿਆ। ਇਹ ਹੋ ਗਿਆ 9 ਦੂਣੀ 18, ਠੀਕ ਹੈ। 40 ਦੂਣਾ 80, ਕਿੰਨਾ ਬਣ ਗਿਆ ਇਹ? 200/9 ਮੀਟਰ ਪਰ ਸੈਕਿੰਡ, ਠੀਕ ਹੈ ਜੀ। बेटा नेक्स्ट ਇਹਦੀ ਹੈਗੀ ਆ ਫਾਈਨਲ ਵੈਲੋਸਿਟੀ। ਹੁਣ ਬ੍ਰੇਕਾਂ ਲਗਾ ਰਹੇ ਘਟ ਰਹੀ ਉਹ ਹੈਗੀ ਆ 60 ਕਿਲੋਮੀਟਰ ਪਰ ਆਵਰ। ਹੁਣ ਆਪਾਂ 60 ਨੂੰ ਕਿੰਨੇ ਨਾਲ ਮਲਟੀਪਲਾਈ ਕਰਨਾ ਪੁੱਤ? ਇਹਨੂੰ ਦੱਸੋ ਮੈਨੂੰ। ਮੀਟਰ ਪਰ ਸੈਕਿੰਡ ਕਨਵਰਟ ਕਰਨਾ 60 ਮਲਟੀਪਲਾਈ ਬਟ 60 ਨੂੰ ਮਲਟੀਪਲਾਈ ਕਿੰਨੇ ਨਾਲ ਕਰਨਾ? ਕਿਲੋਮੀਟਰ ਦੇ ਮੀਟਰ ਬਣਾਣੇ ਹੋਣ। ਤੁਹਾਡੇ ਸਾਹਮਣੇ ਕੀਤਾ ਪੁੱਤ ਮੈਂ, ਅੰਜਲੀ ਠਾਕਰ। ਦੇਖੋ ਪਤਾ 80 ਕਿਲੋਮੀਟਰ ਪਰ ਆਵਰ ਨੂੰ ਅਸੀਂ ਮੀਟਰ ਪਰ ਸੈਕਿੰਡ ਕਨਵਰਟ ਕਰਨ ਲਈ ਕੀਤਾ 1000 ਨਾਲ ਡਿਵਾਈਡ ਕੀਤਾ, 3600 ਨਾਲ 1000 ਨਾਲ ਮਲਟੀਪਲਾਈ ਕੀਤਾ, 3600 ਨਾਲ ਆਪਾਂ ਡਿਵਾਈਡ ਕੀਤਾ। ਇਹਦੋਂ ਵੀ ਇਹੀ ਕੰਮ ਕਰਨਾ ਅਸੀਂ 60 ਕਿਲੋਮੀਟਰ ਪਰ ਮੀਟਰ ਪਰ ਸੈਕਿੰਡ ਕੀ ਕਰਾਂਗੇ 1000 ਨਾਲ ਮਲਟੀਪਲਾਈ 3600 ਨਾਲ ਆਪਾਂ ਡਿਵਾਈਡ ਕਰਨਾ, ਠੀਕ ਹੈ ਨਾ। ਇਹਨੂੰ ਸੋਲਵ ਕਰ ਲਓ ਫਿਰ ਜਿੱਦਾਂ ਅਸੀਂ ਪਿੱਛੇ ਕੀਤਾ ਸੀਗਾ। ਇਹ ਤੁਹਾਡੇ ਕੋਲ ਬਚ ਗਿਆ ਹੈਗਾ 60 10/36 ਮੀਟਰ। ਇਹ ਗਾਹਾਂ ਤੁਸੀਂ ਫੇਰ ਕਰ ਸਕਦੇ ਆ, ਜਿੱਦਾਂ ਇਹ ਹੋ ਗਿਆ 18 ਗੁਣਾ 36 2 ਪੰਜੇ 10, ਠੀਕ ਆ ਜੀ। ਤੇ ਗਾਹਾਂ ਕਿੰਨੇ ਹੋ ਗਿਆ? ਇਹ 6 ਤੇ 18 10 ਸੀਗਾ 60, ਇਹ ਕਿੰਨਾ ਬਣ ਗਿਆ 50/3 ਮੀਟਰ ਪਰ ਸੈਕਿੰਡ। ਦੇਖੋ ਨਾਲ ਨਾਲ ਕਰਕੇ ਦੇਖੋ ਤੁਸੀਂ ਵੀ। ਦੇਖੋ 60 ਆ ਪਹਿਲਾਂ 2 ਜ਼ੀਰੋਆਂ ਕੱਢ ਦਿੱਤੀਆਂ, ਹੁਣ ਬਚ ਗਿਆ 60 into 10/36 2 ਨਾਲ ਡਿਵਾਈਡ ਕੀਤਾ 18 2 36 2 ਪੰਜੇ 10 18 ਬਚ ਗਏ। ਹੁਣ 6 ਤੇ 18 10 ਸੀਗਾ 60 50/3 ਆ ਗਿਆ। ਇਹ ਸਾਡੇ ਕੋਲ 2 ਆ ਗਈਆਂ। ਹੁਣ ਬੇਟਾ ਟਾਈਮ ਦੇਖੋ ਇਹਦੇ ਵਿੱਚ, ਟਾਈਮ ਸਾਡੇ ਕੋਲ ਦਿੱਤਾ ਉਹਨੇ 5 ਸੈਕਿੰਡ, ਆਲਰੇਡੀ 5 ਸੈਕਿੰਡ ਦਿੱਤਾ ਆ, ਠੀਕ ਹੈ ਨਾ ਜੀ। ਹੁਣ ਅਸੀਂ ਕਰਨਾ ਕੀ ਆ? ਫਾਈਂਡ ਦਾ ਐਕਸਲਰੇਸ਼ਨ ਆਫ ਦਾ ਬੱਸ। ਐਕਸਲਰੇਸ਼ਨ ਦਾ ਕਾਹਦੇ ਬਰਾਬਰ ਹੋਣਾ? ਬੋਲੋ ਸ਼ਾਬਾਸ਼। ਐਕਸਲਰੇਸ਼ਨ ਦਾ ਫਾਰਮੂਲਾ ਬੋਲੋ ਕੀ ਆ?
ਐਕਸਲਰੇਸ਼ਨ ਦਾ ਫਾਰਮੂਲਾ ਤਾਂ ਆਪਾਂ ਕੀਤਾ ਸੀਗਾ, ਇੱਥੇ ਕੀ ਲਿਖਾਂਗੇ? ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਡਿਵਾਈਡਡ ਬਾਈ ਟਾਈਮ। ਫਾਈਨਲ ਕਿੰਨੀ ਆ? 15/3 ਮਾਈਨਸ 2/, ਠੀਕ ਆ ਨਾ, ਵਾਈਡ 5। ਇਹਨੂੰ ਸੋਲਵ ਕੌਣ ਕਰੂਗਾ ਬੇਟਾ? ਜਿਹੜਾ ਹੈਗਾ ਇਹਨੂੰ ਦੱਸੋ ਸੋਲਵ ਕਰਕੇ, ਸ਼ਾਬਾਸ਼ ਫਟਾਫਟ। ਜਿੰਨੇ ਤੁਸੀਂ ਬੈਠੇ ਆ ਇਹਨੂੰ ਸੋਲਵ ਕਰਨਾ ਨਾ ਤੁਹਾਨੂੰ। ਹਾਂ ਬਈ ਹਰਮਨਪ੍ਰੀਤ, ਬੇਟਾ ਇਹਨੂੰ ਸੋਲਵ ਕਰ ਲੂੰਗੇ? ਬੋਲੋ ਸ਼ਾਬਾਸ਼। ਹਰਮਨਪ੍ਰੀਤ ਕਲਾਸ ਹੈ ਨਹੀਂ, ਮੈਂ ਲੱਗਦਾ ਛੱਡ ਗਿਆ ਕਲਾਸ। ਰੇਣੂਕਾ, ਲਵਾਨਿਆ, ਸਾਜਨ ਕੁਮਾਰੀ, ਹਾਂ ਵੇ ਦਵਿੰਦਰ ਸਿੰਘ ਤੇ ਸਿਮਰਨ, ਬੇਟਾ ਇਹਨੂੰ ਸੋਲਵ ਕਰਨਾ ਆਉਂਦਾ ਇਹਨੂੰ? ਦੇਖੋ ਬੇਟਾ 3 ਔਰ 9 ਦਾ ਆਪਾਂ ਦੇਖੋ ਇੱਧਰ ਦੁਬਾਰਾ ਆ ਜਾਊਗਾ। ਹਾਂ ਸਾਡੇ ਕੋਲ ਕੀ ਹੋ ਗਿਆ? 15/3 ਮਾਈਨਸ 200/9/5 ਆ। 3 ਔਰ 9 ਦਾ ਐਲਸੀਐਮ ਕਿੰਨਾ ਆਣਾ? ਕਿੰਨਾ? 3 × 3 ਪਤਾ ਐਲਸੀਐਮ ਆ ਗਿਆ 3 × 9, ਮਤਲਬ ਇਹਨੂੰ 3 ਨਾਲ ਮਲਟੀਪਲਾਈ 15 ਮਲਟੀਪਲਾਈ 3/3 × 3 200/9 ਥੱਲੇ ਹੈਗਾ ਹੀ ਇਹਦਾ, ਠੀਕ ਹੈ ਨਾ, ਓਵਰ 5। ਕਿੰਨਾ ਬਣ ਗਿਆ? 150/9 ਮਾਈਨਸ 200/9/5। ਇਹ 150 ਮਾਈਨਸ 200/9/5। ਇਹਦੇ ਵਿੱਚ ਕੱਢੋ ਮਾਈਨਸ 50/9/5। ਹੁਣ ਇਹਨੂੰ ਦੇਖੋ ਕੀ ਕਰਨਾ ਤੁਸੀਂ, ਬੋਲੋ ਸ਼ਾਬਾਸ਼। ਇਹ ਹਾਂਜੀ ਹਾਂ ਬੇਟਾ ਨੂੰ ਮਲਟੀਪਲਾਈ ਕਰ ਲਓ ਨਾ, ਮਾਈਨਸ 15/9 ਡਿਵਾਈਡ ਨਾ ਮਲਟੀਪਲਾਈ ਕਰੋ ਟਾ ਕੇ 1/5 ਕਿੰਨਾ ਹੋ ਗਿਆ? 10 ਮਾਈਨਸ 10/9, 10 ਨੂੰ ਡਿਵਾਈਡ ਕਰੋ 9 ਦੇ ਨਾਲ, 9/1 1 ਆ ਗਿਆ, ਠੀਕ ਹੈ। ਫਿਰ 1.1 ਮਾਈਨਸ 1.1 ਮੀਟਰ ਪਰ ਸੈਕਿੰਡ। ਇਹ ਮਾਈਨਸ ਦਾ ਪਤਾ ਮਤਲਬ ਕੀ ਆ? ਮਾਈਨਸ ਦਾ ਮਤਲਬ ਕੀ ਆ? ਵੀ ਬ੍ਰੇਕਾਂ ਲਗਾਈਆਂ ਜਾ ਰਹੀਆਂ, ਮਤਲਬ ਐਕਸਲਰੇਸ਼ਨ ਇਜ਼ ਡਿਕਰੀਜ਼ਿੰਗ, ਸਪੀਡ ਆਫ ਦਾ ਬੱਸ ਇਜ਼ ਡਿਕਰੀਜ਼ਿੰਗ। ਇੱਥੇ ਆਇਆ ਨਾ ਪਹਿਲਾਂ ਹੀ, ਠੀਕ ਹੈ ਨਾ। U80 ਸੀਗਾ, V60 ਹੈ। ਇਹਦਾ ਮਤਲਬ ਕੀ ਹੋ ਰਿਹਾ? ਸਪੀਡ ਘਟਾਈ ਜਾ ਰਹੀ ਹੈ, ਬ੍ਰੇਕਾਂ ਲਗਾਈਆਂ ਜਾ ਰਹੀਆਂ। ਇਸ ਕਰਕੇ ਐਕਸਲਰੇਸ਼ਨ ਜਿਹੜਾ ਆਣਾ, ਐਕਸਲਰੇਸ਼ਨ ਵੀ ਉਹ ਮਾਈਨਸ ਵਿੱਚ ਆਣਾ। ਮਾਈਨਸ ਦਾ ਮਤਲਬ ਹੁੰਦਾ ਨੈਗੇਟਿਵ ਐਕਸਲਰੇਸ਼ਨ ਮੀਨਸ ਬ੍ਰੇਕਸ ਆਰ ਬੀਇੰਗ ਅਪਲਾਈਡ, ਅਸੀਂ ਬ੍ਰੇਕਾਂ ਲਗਾ ਰਹੇ ਹਾਂ, ਠੀਕ ਆ ਜੀ। ਹਾਂ ਬੇਟਾ ਜਿਹੜੀ ਕੋਈ ਚੀਜ਼ ਨਹੀਂ ਸਮਝ ਆਈ ਤਾਂ ਪੁੱਛ ਲੈਣਾ ਆਪਾਂ। ਜਿਹੜਾ ਐਕਸਲਰੇਸ਼ਨ ਮੇ ਵੀ ਪੋਜ਼ਿਟਿਵ ਔਰ ਨੈਗੇਟਿਵ। ਨੈਗੇਟਿਵ ਕਦੋਂ ਹੋਣਾ? ਜਦੋਂ ਅਸੀਂ ਬ੍ਰੇਕਾਂ ਲਗਾ ਰਹੇ। ਆ ਸਮਝ ਲੱਗਿਆ ਉਹ ਤੁਹਾਨੂੰ ਜੋ ਕੁਛ ਕਰਾਇਆ ਮੈਂ? ਹਾਂ ਦੇਖੋ ਦੁਬਾਰਾ ਬੇਟਾ, ਪਹਿਲਾਂ ਇਨੀਸ਼ੀਅਲ ਵੈਲੋਸਿਟੀ u ਆ, ਠੀਕ ਹੈ ਨਾ, ਉਹਨੂੰ ਅਸੀਂ 80 ਕਿਲੋਮੀਟਰ ਪਰ ਆਵਰ ਆ, ਉਹਨੂੰ ਕਨਵਰਟ ਕਰਨਾ ਮੀਟਰ ਪਰ ਸੈਕਿੰਡ ਦੇ ਵਿੱਚ। ਉਹਦੇ ਲਈ ਕੀ ਕਰਨਾ? ਅਸੀਂ 1000 ਨਾਲ ਮਲਟੀਪਲਾਈ ਕਰਨਾ, 3600 ਨਾਲ ਅਸੀਂ ਡਿਵਾਈਡ ਕਰਨਾ। ਇਹ ਆਪਾਂ ਕੱਟ ਕੁੱਟ ਕੇ ਸਾਡੇ ਕੋਲ ਇੰਨਾ ਆਂਸਰ ਆ ਜਾਣਾ, ਠੀਕ ਹੈ ਨਾ। ਫਿਰ ਫਾਈਨਲ ਵੈਲੋਸਿਟੀ 60 ਕਿਲੋਮੀਟਰ ਪਰ ਆਵਰ ਆ, ਠੀਕ ਹੈ ਨਾ। ਇਹਨੂੰ ਵੀ ਮੀਟਰ ਪਰ ਸੈਕਿੰਡ ਕਨਵਰਟ ਕਰਨ ਲਈ 1000 ਨਾਲ ਮਲਟੀਪਲਾਈ ਇੰਨੇ ਨਾਲ ਡਿਵਾਈਡ ਕਰਨਾ। ਇਹ ਸਾਡੇ ਕੋਲ ਆਂਸਰ ਇੰਨਾ ਆ ਗਿਆ। ਟਾਈਮ ਸਾਡੇ ਕੋਲ 5 ਸੈਕਿੰਡ ਹੈਗਾ ਹੀ ਹੈਗਾ ਆ। ਹੁਣ ਸਾਡੇ ਕੋਲ ਐਕਸਲਰੇਸ਼ਨ ਕੱਢਣਾ ਅਸੀਂ, ਉਹ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ, ਠੀਕ ਹੈ ਨਾ। ਫਾਈਨਲ ਵੈਲੋਸਿਟੀ ਸਾਡੇ ਕੋਲ ਇੰਨੀ ਆ ਤੇ ਇਨੀਸ਼ੀਅਲ ਇੰਨੀ ਆ, ਠੀਕ ਹੈ ਨਾ। ਤੇ ਗਾਂ ਆਪਾਂ ਸੋਲਵ ਕਰ ਲਿਆ ਇਹਨੂੰ। ਹੁਣ 3 ਔਰ 9 ਦਾ ਬੇਟਾ ਐਲਸੀਐਮ ਲੈਣਾ ਅਸੀਂ। ਐਲਸੀਐਮ 3 ਔਰ ਐਲਸੀਐਮ 3 3 ਜਾਂ 9। ਇਹ ਥੱਲੇ ਇਸ ਕਰਕੇ ਇਹਦੇ ਥੱਲੇ ਵੀ 9 ਆਣੇ, ਇਹਦੇ ਥੱਲੇ ਵੀ 9 ਲੈ ਕੇ ਆਣੇ। ਇਹਦੇ ਥੱਲੇ 9 ਹੈਗਾ ਹੀ, ਇਹਨੂੰ 3 ਨਾਲ ਮਲਟੀਪਲਾਈ ਹੋ ਗਿਆ, ਔਰ ਜਿਨ੍ਹਾਂ ਨਾਲ ਆਪਾਂ ਥੱਲੇ ਮਲਟੀਪਲਾਈ ਕਰਦੇ ਉੱਪਰ ਵੀ ਉਹਨਾਂ ਨਾਲ ਮਲਟੀਪਲਾਈ ਕਰਦੇ ਆ। ਆਪਾਂ ਸਿੱਖ ਕੇ ਆਏ ਆ, ਠੀਕ ਹੈ ਨਾ।
ये साढ़े कितना हो गया 150/9 माइनस 200/9, ठीक है ना। हुण 9 कॉमन आ गया थले ते 150 माइनस 200 माइनस 50/9/5 ये साढ़े को 5 ਆਪਾਂ ਮੰਨ ਲੈ ਕੇ ਉਲਟਾ ਕੇ ਕਿਉਂਕਿ ਡਿਵਾਈਡ ਹੋ ਰਿਹਾ ਨਾ ਇਸ ਵੈਲਿਊ ਨੂੰ ਇਹਨਾਂ ਡਿਵਾਈਡ ਕੀਤਾ ਜਾ ਰਿਹਾ ਸੀ, ਫਿਰ ਆਪਾਂ ਕੀਤਾ ਨੂੰ ਜਦੋਂ ਆਪਾਂ ਡਿਵਾਈਡ ਕਰਨਾ ਹੁੰਦਾ ਸੀ ਉਲਟਾ ਕੇ ਮਲਟੀਪਲਾਈ ਕਰ ਦਿੰਦੇ, ਸਾਨੂੰ ਪਤਾ ਮੈਥ ਦੇ ਵਿੱਚ ਪਤਾ ਨਾ ਇਹ। ਹਾਂ, ਇਸ ਕਰਕੇ -10/9 जो डिवाइड किया -1.1 मीटर पर सैकेंड साडे कोल जिहड़ा हैगा ये आंसर आ गया ਇਹਦਾ एक्सलरेशन। समझ लग गई। हाँ, अगे बेटा नेक्स्ट क्वेश्चन नेक्स्ट ਜਿਹੜਾ ਇਹ ਤੁਹਾਨੂੰ फोटो खिंच के भेज दूंगा, ਇਹਨੂੰ सॉल्व कर लेना। नेक्स्ट बेटा क्वेश्चन हैगा ट्रेन स्टार्टिंग फ्रॉम ए रेलवे स्टेशन। देखो स्टार्ट हो रहा जो बॉडी स्टार्ट करती है तो ਉਹਦੀ इनीशियल वेलोसिटी 0 ਹੁੰਦੀ ਆ, ठीक है ना। ਆਪਾਂ ਲਿਖਾਂਗੇ नंबर 3 इनीशियल वेलोसिटी u इज इक्वल टू 0। क्यों 0 है? बिकॉज ट्रेन इज गेटिंग स्टार्टेड, शुरू कर चलने शुरू किया उन्हें, ठीक है ना। रेलवे स्टेशन एंड मूविंग विद यूनिफॉर्म एक्सलरेशन अटेन्स ए स्पीड ऑफ 40 km/h। ਤੇ ਉਹਨੇ ਤਾਂ ਫਾਈਨਲ ਵੈਲੋਸਿਟੀ ਕਿੰਨੀ ਹੋ ਗਈ ਉਹਦੀ? ਹੋ ਗਿਆ 40 km/h। बेटा ਇਹਨੂੰ ਕਨਵਰਟ ਕਰੋ ਮੀਟਰ ਪਰ ਸੈਕਿੰਡ ਦੇ ਵਿੱਚ। ਕੀ ਕਰਾਂਗੇ ਅਸੀਂ 40 ਨੂੰ ਕੀ ਕਰਾਂਗੇ, ਸੌਰੀ 10 40 ਆ ਇਹ 40 ਨੂੰ ਮਲਟੀਪਲਾਈ ਕਿੰਨੇ ਨਾਲ ਕਰਨਾ ਹੁਣੇ ਦੱਸ ਕੇ ਟਾਈਮ ਤੁਸੀਂ ਪਾਣੀ ਦੇ ਮੈਨੂੰ ਸਿੱਧਾ ਹੀ ਅਤੋ ਇੱਥੇ ਛੱਡ ਲੈ। ਹਾਂਜੀ 40 ਮਲਟੀਪਲਾਈ ਬਾਈ 1 नो बेटा 1000 बिकॉज 1 किलोमीटर इक्वल टू 1000 मीटर डिवाइडेड बाई आवर ਨੂੰ ਕਿੰਨੇ ਨਾਲ ਕਰਨਾ ਅਸੀਂ ਕਨਵਰਟ ਕਰਨਾ ਸੈਕਿੰਡ ਦੇ ਲਈ ਪਿੱਛੇ ਕੀਤਾ ਅਸੀਂ ਕਿੰਨੇ ਨਾਲ ਡਿਵਾਈਡ ਕਰਨਾ ਬੇਟਾ ਇਹਨੂੰ 3000 600। बेटा ध्यान दो सारे ये 2 0 इत्थे कट दो पहले ही, ठीक है ना। हुण साडा हो गया 14 मल्टीप्लाई 10 डिवाइडेड बाई 36, ठीक है ना। हुण गाह कर दो इनू 2 पंजे 10 ये कितना हो गया 18 दूना 36, फिर 9 दूनी 18 20 दूना 40 कितना हो गया 20 पंजा 100 बटे 9 ये मीटर पर सैकंड आ गया, ठीक है जी। ये साडे कोल कन्वर्ट हो गई इहदी वेलोसिटी। टाइम बेटा देखो हुण इहदे विच वो कहंदा अटेन्स ए स्पीड ऑफ 40 km/h in 10 मिनट्स। टाइम कितना आ 10 मिनट्स। बेटा इनू कन्वर्ट करना सैकंड दे विच 100 नाल मल्टीप्लाई करके साडे कोल बन गया सॉरी 60 ना 10 × 60 बन गए सैकंड 600 सैकंड। हुण असीं कहना एक्सलरेशन, इट इज एक्सलरेशन। एक्सलरेशन काहदे बराबर हुंदा? एक्सलरेशन बेटा होना फाइनल हाँ जी माइनस इनिशियल वेलोसिटी। इनिशियल वेलोसिटी अपॉन टाइम, मतलब A इज इक्वल टू V माने U अपॉन T। V साडे को हैगी आ 100/9 जू 0 आ ते टाइम हैगा 600 सैकंड, ठीक है जी। बेटा ये हो गया 100/9/600/1 साडे को कितना हो गया 100/9 मल्टीप्लाई 1/600। हाँ इनू कर दो तो कितना बन गया 1/56। ये डिवाइड करना है बेटा तुसी फिर, ठीक है ना। तुसी यार ताकि फोन दे माड़े इन्हें बेटा डिवाइड करूंगे थाडे को मीटर पर सैकंड आ जाना है।
ठीक है, डिवाइड करूंगे बेटा तो तुहाडे कोल मीटर पर सैकंड जिहड़ा हैगा इहदा आंसर आ जाना है। इहदा आंसर आना मैं दस देना तुहानूं। ये बेटा आंसर आना हैगा 0.0178 तो गाहां कहने की लोड़ नहीं हैगी। ਇਹ ਤੁਹਾਡਾ ਆਨਸਰ ਆ। ਇਹ ਤਿੰਨ ਕੁਐਸਚਨ ਸੀਗੇ। ਜੇ ਤੁਹਾਨੂੰ ਇਹ ਚ ਕੁਝ ਨਹੀਂ ਪਤਾ ਲੱਗਾ ਬੇਟਾ ਸਮਝ ਲੈਣਾ। ਕਰਨਾ ਕੀ ਆ, ਅਸੀਂ ਜਿਹੜੀ ਵੈਲੋਸਿਟੀ ਹੋਣੀ ਆ ਯੂ ਹੈਵ ਟੂ ਚੇਂਜ ਇਟ ਇਨਟੂ ਮੀਟਰ ਪਰ ਸੈਕਿੰਡ। ਕੀ ਕਰਨਾ, ਅਸੀਂ ਵੈਲੋਸਿਟੀ ਨੂੰ ਮੀਟਰ ਪਰ ਸੈਕਿੰਡ ਵਿੱਚ ਕਨਵਰਟ ਕਰਨਾ ਬੇਟਾ। ਠੀਕ ਆ, ਉਹਦੇ ਲਈ ਆਪਾਂ ਕੀ ਕਰਨਾ, ਕਿਲੋਮੀਟਰ ਨੂੰ ਮਤਲਬ ਮਲਟੀਪਲਾਈ ਕਰਨਾ 1000 ਨਾਲ, ਆਵਰ ਦੇ ਲਈ ਆਪਾਂ 3006 ਨਾਲ ਆਪਾਂ ਡਿਵਾਈਡ ਕਰਨਾ। ਠੀਕ ਆ ਜੀ, ਇਹ ਜਦੋਂ ਆਪਾਂ ਸੋਲਵ ਕਰਦੇ ਜਾਵਾਂਗੇ ਸਾਡੇ ਕੋਲ ਇੰਨਾ ਬਣ ਜਾਣਾ। ਇਹ ਤੋਂ ਗਾਂ ਹੋਣਾ ਨਹੀਂ। ਟਾਈਮ ਨੂੰ ਫਿਰ ਬੇਟਾ ਜੋ ਮਿੰਟ ਹੋਏ ਜਾਂ ਆਵਰ ਹੋਏ ਇਹਨੂੰ ਸੈਕਿੰਡ ਵਿੱਚ ਕਨਵਰਟ ਕਰਨਾ। अगर मिनट हो तो 60 ना मल्टीप्लाई करना, अगर आवर होए 60 × 60 ना मल्टीप्लाई करना। ठीक है ना, फिर असं ये फार्मूला ला के सॉल्व कर लेना। ये साडे कोल जिहड़ा इन्ना आंसर साडे कोल आ जाना है। ये साडा जो हुण तक असीं पढ़िया, ठीक है ना, वो आ बेटा ये। ठीक है जी, जे किसी ने कुछ पूछना मैं दस दो। नो, चलो ठीक है पता फिर। ठीक है ना, ये तुहानूं मैं लिख के भेज दिना क्वेश्चन भी ते आंसर सॉल्व कर लेने। अगर नहीं कुछ पता लग्या तो कल नूं तुसीं पुछ लेना मैनूं। ठीक है जी, हाँ 12:48 होए आ। 2 जे तुहाडी क्लास नहीं हुई तो 2 बजे तक मैनूं सबमिट करना है भी असीं की सा काम हो गया सेंड करना तुसीं। ठीक है जी, ओके बेटा, थैंक यू।